हाँ जी धामी साहब की कहने हो गुरु घर ਦੇ ਵਿੱਚ ਧੀਆਂ ਭੈਣਾਂ ਨਾਲ ਬਦਤਮੀਜ਼ੀ ਨਹੀਂ ਹੁੰਦੀ ਕੋਈ ਘਟੀਆ ਕਰਤੂਤ ਤੁਹਾਡੇ ਮੈਨੇਜਰ ਜਾਂ ਹੋਰ ਅਧਿਕਾਰੀ ਨਹੀਂ ਕਰਦੇ ਅੱਜ ਪ੍ਰਤੱਖ ਸਬੂਤ ਦਿਖਾਣਾ ਹੈ ਵੀਡੀਓ ਕਿ ਬੀਬੀ ਨਾਲ ਕੀ ਕਰਤੂਤ ਕਰ ਰਹੇ ਸੀ ਤੁਹਾਡੇ ਕਾਮੇ ਤੇ ਨਾਲੇ ਕਹਿੰਦੇ ਹੋ ਨਾ ਜ਼ਮੀਨਾਂ ਨਹੀਂ ਵੇਚਦੇ ਪਰਚਾ ਲਿਆ ਰਿਹਾ ਅੱਜ ਉਹ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ जी हाँ गुरु प्यारिओ बहुत सारिया चीज़ां ने जिन्हां वास्ते ना इन्हां दे इह है भी सैनी उदां ही बोली जाता है जमीनां बेशक भाई रणजीत सिंह जी जो साबका जथेदार श्री अकाल तख्त साहब उन्होंने बड़े पोतरे इन्हां दे फुल्ले ने बड़ियां चीज़ां जिन्ने घपले ने चाहे अंडर वाटर राइट्स का होवे जमीनां का होवे ठीक है गोल कांगणन का होवे सारे घपले उन्होंने सामने रखे है 1800 करोड़ वाला घपला भी उन्होंने सामने रखा सीगा ठीक है ਸਿੰਘ ਸ਼ਹੀਦਾਂ ਦੀ ਜਿਹੜੀ ਗੋਲਕ ਹੈਗੀ ਆ ਤੇ ਦਰਬਾਰ ਸਾਹਿਬ ਦੀ ਗੋਲਕ ਹੈਗੀ ਆ ਉਹੀ ਸਾਲ ਦੀ ਜਿਹੜੀ ਹੈਗੀ ਆ 1800 ਕਰੋੜ ਆ ਤੇ ਬਜਟ ਇਹਨਾਂ ਦਾ ਕਿੱਥੇ ਆ ਤੇ ਕਿੱਥੇ ਦਿਖਾਉਂਦੇ ਨੇ ਇਹ ਖੈਰ ਉਹ ਛੱਡੋ ਅੱਜ ਮੋਸਟ ਪ੍ਰੋਬਬਲੀ ਜ਼ਿਆਦਾਤਰ ਇੱਕੋ ਹੀ ਬੰਦੇ ਦੀ ਗੱਲ ਹੋਣੀ ਹੈ ਠੀਕ ਹੈ ਜੀ ਧਮੋੜ ਦਾ ਇਹ ਜਿਹੜਾ ਹੈਗਾ ਆ ਮੈਨੇਜਰ ਹੈ ਜੀ ਗੁਰਪ੍ਰੀਤ ਮੱਲੇਵਾਲ ਠੀਕ ਹੈ ਜੀ ਹੁਣ ਮਤਲਬ ਸ਼ੁਰੂਆਤ ਕਿਤੋਂ ਹੋਰ ਕਰਾਂਗੇ ਅੱਜ ਆਲਮੋਸਟ ਮੈਂ ਕਰਤੂਤਾਂ ਦੱਸਦਾ ਹਾਂ ਕਿਹਦੀਆਂ ਕੀ ਨੇ ਠੀਕ ਹੈ ਸਭ ਤੋਂ ਪਹਿਲਾਂ ਤਾਂ ਆ ਜਾਓ ਜੀ ਇਹ ਜਿਹੜਾ ਹੈਗਾ ਨੇ ਮਹਿੰਦਰ ਸਿੰਘ ਲੰਗਰ ਜਥੇਦਾਰ ਹੈ ਜੀ ਤੇ ਨਾਲ ਮੈਂ ਫੋਟੋ ਵੀ ਲਾ ਦਿੰਦਾ ਕਿਉਂਕਿ ਮੈਂ ਫੋਟੋ ਮੰਗਵਾਈਆਂ ਸੀ ਇਹਨਾਂ ਦੀ ਸ਼ਕਲ ਵੀ ਦਿਖਣੀ ਚਾਹੀਦੀ ਹੈ ਮੈਂ ਫੋਟੋ ਸਿਰਫ ਉਹਨਾਂ ਦੀ ਹਾਈਡ ਕਰਦਾ ਆ ਵੀ ਜਿਨ੍ਹਾਂ ਨੂੰ ਮੈਂ ਤਾਕੀਦ ਕਰਨੀ ਹੈ ਵੀ ਘੱਟੋ ਘੱਟ ਉਹਨਾਂ ਤੱਕ ਇਹ ਖਬਰ ਪਹੁੰਚ ਜਾਵੇ ਵੀ ਉਹਨਾਂ ਬਾਰੇ ਇਨਫੋਰਮੇਸ਼ਨ ਹੈਗੀ ਆ ਪਰ ਅਗਰ ਉਹ ਫਿਰ ਵੀ ਨਾ ਸੁਧਰੇ ਨਾ ਕਿਉਂਕਿ ਰਣਜੀਤ ਬਾਰੇ ਮੈਂ ਪਹਿਲੀ ਵਾਰ ਸਿਰਫ ਨਾਮ ਲਿੱਤਾ ਸੀ ਠੀਕ ਹੈ ਦਮਦਮਾ ਸਾਹਿਬ ਵਾਲਾ ਰਣਜੀਤ ਆ ਉਹਦਾ ਨਾਮ ਲਿੱਤਾ ਸੀ ਸਿਰਫ ਪਹਿਲਾਂ ਮੈਂ ਫੋਟੋ ਨਹੀਂ ਸੀ ਲਾਈ ਤੁਹਾਨੂੰ ਯਾਦ ਹੋਗਾ 2 ਐਪੀਸੋਡਸ ਦੇ ਵਿੱਚ ਜਦੋਂ ਮੈਨੂੰ ਲਗਾਤਾਰ ਉਹਦੀਆਂ ਕਰਤੂਤਾਂ ਪਤਾ ਲੱਗਦੀਆਂ ਰਹੀਆਂ ਤਾਂ ਫਿਰ ਫੋਟੋ ਲਾਣੀ ਲਾਜ਼ਮੀ ਸੀ ਵੀ ਆਹ ਬੰਦਾ ਆ ਨਖਿੱਧ ਬਚ ਲਿਓ ਧੀਆਂ ਭੈਣਾਂ ਗੁਰੂ ਘਰ ਦੇ ਵਿੱਚ ਜਾਂਦੀਆਂ ਨੇ ਤੇ ਇਹਦੀ ਸ਼ਕਲ ਦੇਖਦੇ ਪਿੱਠ ਕਰ ਲਿਓ ਕੋਈ ਪਤਾ ਨਹੀਂ ਜ਼ਰੂਰੀ ਥੋੜੀ ਆ ਵੀ ਇਹ ਡੋਰੇ ਹੀ ਪਾਉਂਦੇ ਹੋਣ ਖਬਰੇ ਕੋਈ ਰੱਖਿਆ ਹੋਵੇ ਕੋਈ ਚੀਜ਼ ਕਿਸੇ ਚੀਜ਼ 'ਚ ਘੋਲ ਕੇ ਪਾਣੀ 'ਚ ਜਾਂ ਜਲ 'ਚ ਜਾਂ ਦੇਗ 'ਚ ਤੁਹਾਨੂੰ ਫੜਾਤਾ ਠੀਕ ਹੈ ਨਾ ਚੱਕਰਖਾਨੇ ਨੂੰ ਚੱਕ ਕੇ ਕਮਰੇ 'ਚ ਲੈ ਜਾਣ ਹੁਣ ਤਾਂ ਮੈਨੂੰ ਭਰੋਸਾ ਨਹੀਂ ਬਿਲਕੁਲ ਵੀ ਇਹਨਾਂ ਦੇ ਕੁਛ ਵੀ ਕਰ ਸਕਦੇ ਨੇ ਜਿਹੜੇ ਧੀਆਂ ਭੈਣਾਂ ਤੇ ਅੱਖ ਰੱਖ ਕੇ ਉਹਨਾਂ ਦੀ ਇੱਜ਼ਤ ਲੁੱਟ ਕੇ ਉਹਨਾਂ ਦੇ ਬੱਚੇ ਮਾਰ ਸਕਦੇ ਨੇ ਜਿਹੜੇ ਉਹਨਾਂ ਨੂੰ ਗਾਇਬ ਕਰਵਾ ਸਕਦੇ ਨੇ ਫਿਰ ਉਹ ਕਿਸੇ ਵੀ ਹੱਦ ਤੱਕ ਜਾ ਸਕਦੇ ਨੇ ਸੰਗਤ ਜੀ ਕਿਸੇ ਵੀ ਹੱਦ ਤੱਕ ਗਿਰ ਸਕਦੇ ਨੇ ਉਹ ਸਾਰੇ ਚਿੱਠੇ ਦੱਸ ਦਿੱਤੇ ਆ ਕੱਲ ਤੇ ਐਪੀਸੋਡ 'ਚ ਮੈਂ ਦੱਸਿਆ ਹੀ ਕਿੱਦਾਂ ਇੱਕ ਭੈਣ ਨੂੰ ਮਾਰਿਆ ਉਹਦੇ ਬੱਚੇ ਨੂੰ ਮਾਰਿਆ ਤਾਂ ਕਰਕੇ ਮੈਨੂੰ ਹੁਣ ਇਹਨਾਂ ਤੇ ਭਰੋਸਾ ਨਹੀਂ ਹੈ ਬਿਲਕੁਲ ਨਹੀਂ ਹੈ ਪ੍ਰੋਫੈਸ਼ਨਲ ਗਰੁੱਪ ਆਫ ਸਪੈਸ਼ਲ ਕ੍ਰਿਮੀਨਲਸ ਇਹਨਾਂ ਵਾਸਤੇ ਬਿਲਕੁਲ ਸਹੀ ਡੈਫੀਨੇਸ਼ਨ ਹੈ ਅੱਜ ਕੱਲ੍ਹ ਦੀ SGPC ਦੀ ਡੈਫੀਨੇਸ਼ਨ ਇਹੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਸੀ ਜਿਹਦੇ ਜਥੇਦਾਰ ਜਾਂ ਪ੍ਰਧਾਨ ਅਸੀਂ ਕਹਿ ਸਕਦੇ ਬਾਪੂ ਖੜਕ ਸਿੰਘ ਸੀ ਠੀਕ ਹੈ ਪਰ ਇਹਨਾਂ ਨੇ ਹੌਲੀ ਉਸ ਜਥੇਬੰਦੀ ਦਾ ਘਾਣ ਕਰਤਾ ਕਤਲ ਕਰਤਾ ਤੇ ਹੁਣ ਇਹ ਨਵੀਂ ਜਥੇਬੰਦੀ ਹੈ ਉਹ ਸਤਿਕਾਰਯੋਗ ਸੀ ਇਹ ਨਹੀਂ ਹੈ ਠੀਕ ਹੈ ਜੀ ਆਹ ਜਿਹੜੇ 2 ਬੰਦੇ ਹੈਗੇ ਨੇ ਜਿਹੜੇ ਮੈਂ ਤੁਹਾਨੂੰ ਦੱਸਿਆ ਆ ਮਹਿੰਦਰ ਸਿੰਘ ਲਾਂਗਰੀ ਇਹ ਲੰਗਰ ਦਾ ਇਹਨਾਂ ਦਾ ਜਥੇਦਾਰ ਹੁੰਦਾ ਹੋਗਾ ਕੋਈ ਉਹ ਹੈ ਠੀਕ ਹੈ ਨਾ ਤੇ ਨੇਤਰ ਸਿੰਘ ਹੈ ਇਹ ਲਾਂਗਰੀ ਹੈ ਇਹ ਲੰਗਰ ਜਥੇਦਾਰ ਹੈ ਮਹਿੰਦਰ ਸਿੰਘ ਲੰਗਰ ਜਥੇਦਾਰ ਹੈ ਤੇ ਨੇਤਰ ਸਿੰਘ ਲਾਂਗਰੀ ਹੈ ਠੀਕ ਹੈ ਜੀ ਪ੍ਰਸ਼ਾਦੇ ਪਕਾਉਣ ਵਾਲੀ ਇੱਕ ਬੀਬੀ ਸੀਗੀ ਜੀ ਤੇ ਮੰਜੀ ਸਾਹਿਬ ਕੋਟਾ ਦੀ ਇਹ ਘਟਨਾ ਆ ਤੇ ਇਹ ਬੀਬੀ ਦਾ ਖੈਰ ਮੈਨੂੰ ਨਾਮ ਵੀ ਪਤਾ ਹੈ ਪਰ ਮੈਂ ਨਾਮ ਨਹੀਂ ਦੱਸਣਾ ਮਾਤਾ ਦਾ ਤੇ ਇਸ ਮਾਤਾ ਦੇ ਨਾਲ ਜਾਂ ਕਹਿ ਸਕਦੇ ਇਸ ਬੀਬੀ ਦੇ ਨਾਲ ਕਿਉਂਕਿ ਉਮਰ ਮਾਤਾ ਦੀ ਜਾਂ ਬੀਬੀ ਦੀ ਕੋਈ ਜ਼ਿਆਦਾ ਨਹੀਂ ਲੱਗਦੀ ਹੈਗੀ 50 ਸਾਲ ਦੇ ਨੇੜੇ ਤੇੜੇ ਹੋ ਗਈ ਜਾਂ 45 ਦੇ ਨੇੜੇ ਤੇੜੇ ਹੋ ਗਈ ਵੀਡੀਓ ਇੰਨੀ ਜ਼ਿਆਦਾ ਕਲੀਅਰ ਨਹੀਂ ਹੈਗੀ ਤੇ ਲਗਾਤਾਰ ਜ਼ਬਰਦਸਤੀ ਕਰ ਰਹੇ ਸੀ ਸਾਡੇ ਨਾਲ ਕਮਰੇ 'ਚ ਚੱਲ ਹਾਂਜੀ ਉਹ ਕਮਰੇ 'ਚ ਜਾ ਕੇ ਕੋਈ ਧੂਪ ਬੱਤੀ ਉਹ ਨਹੀਂ ਸੀ ਕਰਨਾ ਇਹਨਾਂ ਨੇ ਉਹ ਤੁਹਾਨੂੰ ਪਤਾ ਹੀ ਹੈ ਕਾਹਦੇ ਵਾਸਤੇ ਕਹਿ ਰਹੇ ਸੀ ਉਹ ਬੀਬੀ ਨੇ ਲਗਾਤਾਰ ਆਬਜੈਕਸ਼ਨ ਕੀਤੀ ਇਹਨਾਂ ਦੀਆਂ ਗੰਦੀਆਂ ਜਿਹੜੀਆਂ ਕਰਤੂਤਾਂ ਨੇ ਉਹਨਾਂ ਨੂੰ ਦੇਖ ਕੇ ਜਦੋਂ ਅੱਕ ਕੇ ਜਾ ਕੇ ਕਿਸੇ ਦੇ ਕੋਲ ਬੈਠ ਕੇ ਉਹਨੇ ਜੋ ਕੁਝ ਬੋਲਿਆ ਆਓ ਪਹਿਲਾਂ ਉਹ ਸੁਣ ਲੈਂਦੇ ਆ ਵੀ ਆਹ ਜਿਹੜੇ ਧਾਮੀ ਸਾਹਿਬ ਸੁਣ ਲਓ ਹੁਣ ਦੇਖ ਲਓ ਠੀਕ ਹੈ ਉਸ ਤੋਂ ਬਾਅਦ ਦੱਸਦਾ ਵੀ ਬੀਬੀ ਦੇ ਨਾਲ ਇਹਨਾਂ ਨੇ ਫਿਰ ਬਾਅਦ ਵਿੱਚ ਕੀ ਕੀਤਾ ਪਹਿਲਾਂ ਤੁਸੀਂ ਆਹ ਬੀਬੀ ਦੀ ਆਡੀਓ ਸੁਣ ਲਓ ਜਰਾ ਵੀਡੀਓ ਦੇਖ ਲਓ ਉਸ ਤੋਂ ਬਾਅਦ ਗੱਲ ਕਰਦੇ ਹਾਂ ਇਹਦਾ ਕਿੱਦਾਂ ਦਾ ਕਹਿੰਦਾ ਮੈਂ ਇਹਨਾਂ ਨੂੰ ਮਨਾ ਕਰੀਏ ਨਾ ਮੈਂ ਨਹੀਂ ਇੱਥੇ ਆਉਣਾ ਅਜੇ ਮੈਂ ਕੰਧ 'ਚ ਨਹੀਂ ਪੜਨਾ ਮੈਂ ਤਾਂ ਕੰਧ 'ਚੋਂ ਮਸਾਂ ਨਿਕਲਣੀਆਂ ਇੱਥੋਂ ਮੈਂ ਬਸ ਸੁਰਗ 'ਚ ਚਲੇ ਗਏ ਉੱਥੇ ਠੀਕ ਆ ਆਹ ਹੁਣ ਭਾਈ ਕਿੱਦਾਂ ਦੇ ਲੱਗੇ ਹੋਏ ਨੇ ਤੁਸੀਂ ਕਿੱਦਾਂ ਦੇ ਉੱਤੇ ਰਹਿੰਦੇ ਹੋ ਹੈ ਮੇਰੀ ਕਦੇ ਮੰਡੀ ਕਦੇ ਚੰਗੀ ਕਦੇ ਸੁਣੀ ਆ ਹੈ ਉਹੀ ਕਿਸੇ ਨਾਲ ਜੇ ਜਿਹਨੂੰ ਗੱਲਾਂ ਬਾਤਾਂ ਜੇ ਕੋਈ ਧੀਆਂ ਦੇ ਕਰ ਲੈਂਦੇ ਉਹਨਾਂ ਜੋੜ ਦਿੰਦੇ ਨੇ ਇਹਦੇ ਨਾਲ ਤਾਂ ਇਹਦੀ ਗੱਲਬਾਤ ਆ ਇਹਦੇ ਨਾਲ ਤਾਂ ਐਵੇਂ ਕਰੀ ਜਾਂਦੇ ਨੇ ਇਹਦੇ ਨਾਲ ਇਹਦੀ ਗੱਲਬਾਤ ਹੋਊਗੀ ਆਪਾਂ ਨਾ ਪੂਰੇ ਖੜਾ ਨਾਲ ਇਹਦੀ ਗੱਲ ਨਹੀਂ ਕੋਈ ਨਹੀਂ ਇਹ ਗੱਲ ਕਹੋ ਤੁਸੀਂ ਮੈਂ 9 ਮਹੀਨੇ ਦਾ ਵਿੱਢਿਆ ਹੋਇਆ ਇਹਨਾਂ ਦੇ ਨਾਲ ਮੈਂ 8 ਮਹੀਨੇ ਉਹ ਗੁਰਦੁਆਰੇ ਜਾ ਕੇ ਵੜਿਆ ਮੈਂ ਵੀ ਕਰਕੇ ਖਾਣ ਵਾਲਾ ਇਹਨਾਂ ਦੀਆਂ ਆਹ ਵਧੀਕੀਆਂ ਹਾਲਾਂਕਿ ਮੇਰੇ ਨਾਲ ਇਹਨਾਂ ਦੀ ਕੋਈ ਲੜਾਈ ਨਹੀਂ ਸਾਡੇ ਪਾਠੀ ਦੇ ਹੱਥ ਚੱਕੇ ਇਹਨਾਂ ਨੇ ਨੇਤਰ ਨੇ ਫਿਰ ਉਹਨੇ ਸੁਣੀ ਨਹੀਂ ਗੀ ਉਹ ਤੋਂ ਬਾਅਦ ਹੋਰ ਬੜਾ ਕੁਝ ਹੋਇਆ ਪਰ ਜੱਦੀ ਇਹਨਾਂ ਦੇ 8 ਮਹੀਨੇ ਮੈਂ ਵਿਰੁੱਧ ਇਹਨਾਂ ਦੇ ਵਿੱਢਿਆ ਹੋਇਆ ਇਹ ਸਾਰਾ ਕੁਝ ਦਰਸ਼ਨੀ ਗਈ ਹੈਗੀ ਉਦੋਂ ਦੀ ਜਿੱਦਾਂ ਦੀ ਮੈਂ ਇਹਨਾਂ ਨੂੰ ਕੱਢੀਆਂ ਇੱਥੋਂ ਮੈਂ ਦਰਬਾਰ
ਮੈਂ ਹੁਣ ਤਾਂ ਦੇਖ ਰਾ ਕੇ ਮੈਂ ਬਾਹਰੋਂ ਬਣ ਗਈ ਡਿਊਟੀ ਸਾਹਿਬ ਤੋਂ ਸਿੱਧਾ ਦਰਬਾਰ ਸਾਹਿਬ ਤੋਂ ਬਸ ਬਾਹਰ ਆ ਮੈਂ ਜਾਨੀ ਇਹਦੇ ਮੱਥੇ ਲੱਗਣ ਨੂੰ ਜੀ ਨਹੀਂ ਕਰਦਾ ਇਹਦੇ ਸਟਾਫ ਨਹੀਂ ਕਰਦਾ ਨਾ ਦੇ ਕਿਉਂਕਿ ਸੁਣਵਾਈ ਨਹੀਂ ਹਰਕਤਾਂ ਦੇਖ ਕੇ ਮੋਤੀ ਦਾ ਖਾਸ ਕਰਕੇ ਹੀ ਆ ਕਦੇ ਪਹਿਲੇ ਕਬੀਰਦਾਰ ਚ ਮੈਂ ਉੱਥੇ ਕੀ ਚੱਕ ਲਿਆਉਂਦੀ ਸੀ ਕਦੇ ਮੇਰੇ ਲਿਫਾਫੇ ਦੇ ਵੀਡੀਓ ਬਣਾਉਂਦੇ ਹੁੰਦੇ ਸੀ ਕਦੇ ਕੁਛ ਸਾਨੂੰ ਕਿੰਨੀ ਵਾਰ ਇਹ ਸਾਦਾ ਸੀਗਾ ਉੱਥੇ ਲਓ ਦੱਸੋ ਕੁੜੀਆਂ ਨੂੰ ਅੱਜ ਤੁਸੀਂ ਡਿਊਟੀ ਆ ਅੱਜ ਤੁਸੀਂ ਸਿੱਧਾ ਚੱਕਦੀ ਹੋ ਤੁਸੀਂ ਐਂ ਕਰਦੇ ਹੋ ਮੈਨੇਜਰ ਸੱਦਾ ਸੀਗਾ ਹਾਂ ਮੈਨੇਜਰ 2-3 ਵਾਰ ਸੱਦਿਆ ਸਾਨੂੰ ਉੱਥੇ ਕਮਰੇ ਦਫ਼ਤਰ ਦੇਨੇ ਕੁੜੀਆਂ ਨੂੰ ਇੱਕ ਉਹ ਲਾਈ ਹੈ ਮੰਜੀ ਸਾਹਿਬ ਕੋਟਾ ਦੀ ਇਹ ਘਟਨਾ ਹੈ ਜੀ। ਉਸ ਤੋਂ ਬਾਅਦ ਇਸ ਬੀਬੀ ਨੂੰ ਉੱਥੋਂ ਫਤਿਹਗੜ੍ਹ ਸਾਹਿਬ ਭੇਜ ਦਿੱਤਾ ਗਿਆ। ਫਤਿਹਗੜ੍ਹ ਸਾਹਿਬ ਤੋਂ ਆਈ ਥਿੰਕ ਇਹ ਬੀਬੀ ਅੱਜ ਕੱਲ ਪਟਿਆਲੇ ਕੰਮ ਕਰ ਰਹੀ ਹੈ, ਨਹੀਂ ਪਟਿਆਲੇ ਤੋਂ ਇਹਨੂੰ ਅਨੰਦਪੁਰ ਸਾਹਿਬ ਭੇਜ ਦਿੱਤਾ ਗਿਆ। ਹੁਣ ਤੁਸੀਂ ਆਪ ਸੋਚ ਸਕਦੇ ਹੋ ਵੀ ਜੋ ਵੀ ਮਤਲਬ ਇਹਨਾਂ ਦਾ ਵਿਰੋਧ ਕਰਦਾ, ਜੇ ਉਹ ਬੀਬੀ ਨਾ ਵਿਰੋਧ ਕਰਦੀ ਤਾਂ ਫੇਰ ਸ਼ਾਇਦ ਉਹ ਉੱਥੇ ਹੀ ਰਹਿੰਦੀ, ਹੋ ਸਕਦਾ ਉਹਦਾ ਘਰ ਘਾਟ ਵੀ ਉੱਥੇ ਨੇੜੇ ਤੇੜੇ ਹੋਏ, ਪਰ ਇਹ ਆਪਣੇ ਕਾਮਿਆਂ ਦੇ ਨਾਲ ਆਹ ਕਰਦੇ ਨੇ, ਮਤਲਬ ਉਹਨਾਂ ਦੀ ਮਜਬੂਰੀ ਦਾ ਫਾਇਦਾ ਚੱਕਦੇ ਨੇ, ਉਹਨਾਂ ਨੂੰ ਇਸ ਹੱਦ ਤੱਕ ਮੈਂਟਲੀ ਟੌਰਚਰ ਕਰਦੇ ਨੇ। ਮਤਲਬ ਤੁਸੀਂ ਕਹਿ ਸਕਦੇ ਹੋ ਕਿ ਫਿਜ਼ੀਕਲੀ ਉਹਨਾਂ ਨੂੰ ਇੰਨਾ ਕਿ ਜ਼ਿਆਦਾ ਇਹ ਟੌਰਚਰ ਕਰਦੇ ਨੇ, ਮਤਲਬ ਮੈਨੂੰ ਸ਼ਬਦ ਵੀ ਨਹੀਂ ਮਿਲ ਰਹੇ ਕਿ ਮੈਂ ਕਿੱਦਾਂ ਐਕਸਪਲੇਨ ਕਰਾਂ। ਉਹਨਾਂ ਨੂੰ ਬਸ ਇਹਨਾਂ ਨੂੰ ਆਪਣਾ ਉੱਲੂ ਸਿੱਧਾ ਕਰਨਾ ਹੈ ਕਿਸੇ ਵੀ ਤਰੀਕੇ, ਕੋਈ ਧੀ ਹੋਵੇ, ਕਿਸੇ ਦੀ ਭੈਣ ਹੋਵੇ, ਕਿਸੇ ਦੀ ਮਾਂ ਹੋਵੇ, ਇਹਨਾਂ ਨੂੰ ਕੋਈ ਮਤਲਬ ਨਹੀਂ ਹੈਗਾ। ਇਹਨਾਂ ਨੇ ਆਪਣੀ ਹਵਸ ਪੂਰੀ ਕਰਨੀ ਹੈ, ਇਹਨਾਂ ਨੂੰ ਆਪਣੀ ਹਵਸ ਪੂਰੀ ਕਰਨੀ ਹੈ। ਤੇ ਜਿਹੜੇ ਮੈਨੇਜਰ ਹੈਗੇ ਨੇ ਗੁਰਪ੍ਰੀਤ ਸਿੰਘ ਮੈਨੇਜਰ ਮੱਲੇਵਾਲ ਜਿਹੜੇ ਹੈਗੇ ਨੇ, ਇਹਨਾਂ ਦੀ ਬੜੀ ਯਾਰੀ ਹੈ ਮਹਿੰਦਰ ਸਿੰਘ ਨਾਲ, ਠੀਕ ਹੈ ਜੀ। ਆਹੀ ਜਿਹੜਾ ਲੰਗਰ ਜਥੇਦਾਰ ਇਹਨਾਂ ਦਾ, ਉਹਦੇ ਨਾਲ ਬੜੀ ਯਾਰੀ ਹੈ। ਇਸ ਮੈਨੇਜਰ ਨੇ ਬਿਨਾਂ ਬੋਲੀ ਦੀ ਇੱਕ ਦੁਕਾਨ, ਹੁਣ ਮੈਨੂੰ ਨਹੀਂ ਪਤਾ 99 ਸਾਲਾਂ ਲੀਜ਼ ਤੇ ਦਿੱਤੀ ਹੈ, ਠੀਕ ਹੈ, ਜਾਂ ਰਜਿਸਟਰੀ ਕਰਾ ਦਿੱਤੀ ਹੈ। ਗੁਰਦੁਆਰੇ ਦੀ ਇੱਕ ਦੁਕਾਨ ਬਿਨਾਂ ਬੋਲੀ ਤੋਂ ਇਸ ਬੰਦੇ ਦੇ ਨਾਮ ਕਰਤੀ, ਮਹਿੰਦਰ ਸਿੰਘ ਦੇ। ਹੁਣ ਧਾਮੀ ਜੀ ਪੇਪਰ ਪੈਨ ਚੱਕ ਲਿਓ, ਲਿਖੀ ਜਾਇਓ ਹੁਣ, ਠੀਕ ਹੈ ਜੀ, ਲਿਖੀ ਜਾਇਓ ਕਪਲੇ, ਲਿਖੀ ਜਾਇਓ ਕਰਤੂਤਾਂ। ਤੁਹਾਡੀ ਫਲਾਈਂਗ ਨੇ ਵੀ ਇਹ ਸਾਰੀਆਂ ਜਾਂਚਾਂ ਕੀਤੀਆਂ ਹੋਣੀਆਂ ਨੇ, ਤੇ ਮੈਨੂੰ ਦੱਸ ਦਿਓ ਜਿਵੇਂ ਕਿਤੇ ਗਲਤ ਹੋਊਗਾ ਜਾਂ ਮੇਰੇ ਆંકੜੇ ਕਿਤੇ ਗਲਤ ਹੋਣਗੇ। ਪਹਿਲਾਂ ਤਾਂ ਆਹ ਦੁਕਾਨ ਪਤਾ ਕਰ ਲਿਓ ਕਿਹੜੀ ਦੁਕਾਨ ਮਹਿੰਦਰ ਸਿੰਘ ਦੇ ਨਾਮ ਇਹਨੇ ਚੜਾਈ ਆ, ਲੀਜ਼ ਤੇ ਚੜਾਈ ਆ, ਕਿੱਦਾਂ ਚੜਾਈ ਆ ਤੇ ਕਿਉਂ ਚੜਾਈ ਆ, ਮਹਿੰਦਰ ਸਿੰਘ ਇਹਨੂੰ ਕੀ ਦਿੰਦਾ ਆ, ਠੀਕ ਹੈ, ਜਾਂ ਇਹ ਕੀ ਲੈਂਦਾ ਆ। ਹੁਣ ਆ ਜਾਓ ਅੱਗੇ ਹੋਰ, ਇਹਦਾ ਹੀ ਮੈਨੇਜਰ ਦਾ ਹੀ ਗੁਰਪ੍ਰੀਤ ਸਿੰਘ ਦਾ, ਠੀਕ ਹੈ, ਧਮੋਟ ਮੈਨੇਜਰ ਗੁਰਪ੍ਰੀਤ ਮੱਲੇਵਾਲ ਨੇ ਬਿਨਾਂ ਬੋਲੀ ਤੋਂ ਜ਼ਮੀਨ ਵੇਚੀ ਗੁਰੂ ਘਰ ਦੀ, ਉਹ ਵੀ ਆਪਣੇ ਪਰਿਵਾਰ ਦੇ ਹੀ ਪਟਵਾਰੀ ਨੂੰ, ਮਤਲਬ ਆਪਣੇ ਪਰਿਵਾਰ, ਇਹਦੇ ਪਰਿਵਾਰ ਦਾ ਹੀ ਕੋਈ ਰਿਸ਼ਤੇਦਾਰ ਹੈਗਾ ਪਟਵਾਰੀ, ਉਹਨੂੰ ਇਹਨੇ ਜ਼ਮੀਨ ਵੇਚੀ ਹੈ। ਪਿੰਡ ਵਾਲੇ ਉਸ ਜ਼ਮੀਨ ਦਾ 4 ਗੁਣਾ ਵੱਧ ਪੈਸਾ ਦੇਣ ਨੂੰ ਤਿਆਰ ਸੀ, ਪਰ ਫਿਰ ਵੀ ਕਿਤੇ ਕੋਈ ਸੁਣਵਾਈ ਨਹੀਂ ਕੀਤੀ ਗਈ, ਠੀਕ ਹੈ ਜੀ। ਹੁਣ ਇਹ ਜਿਹੜੀ ਚੀਜ਼ ਹੈ, ਉਹ ਇਸ ਚੀਜ਼ ਦੇ ਉੱਤੇ ਵੀ ਫਲਾਈਂਗ ਭੇਜੀ ਸੀ, ਫਲਾਈਂਗ ਭੇਜ ਕੇ ਸਾਰੀ ਜਾਂਚ ਹੋਈ, ਪਰ ਉੱਥੇ ਗੋਂਗਲੂਆਂ ਤੋਂ ਮਿੱਟੀ ਹੀ ਝਾੜੀ ਗਈ। ਇਹ ਇੱਕ ਕਪਲਾ ਨਹੀਂ ਜੀ, ਗੁਰੂ ਘਰ ਦੀ ਉਹਨੇ ਜ਼ਮੀਨ ਵੇਚੀ ਹੈ ਇਹਨੇ ਪਟਵਾਰੀ ਆਪਣੇ ਰਿਸ਼ਤੇਦਾਰ ਨੂੰ। ਉਸ ਤੋਂ ਬਾਅਦ ਅੱਗੇ ਆ ਜਾਓ, ਮੈਨੇਜਰ ਗੁਰਪ੍ਰੀਤ ਮੱਲੇਵਾਲ ਦੀ ਕੁੜੀ ਦਾ ਜਦੋਂ ਵਿਆਹ ਸੀਗਾ, ਠੀਕ ਹੈ ਜੀ, ਆ ਜਿਹੜਾ ਮਹਿੰਦਰ ਸਿੰਘ ਆ, ਮਹਿੰਦਰ ਸਿੰਘ ਆਪ 10 ਗੈਸ ਦੇ ਸਿਲੰਡਰ ਗੱਡੀ ਵਿੱਚ ਭਰ ਕੇ ਖਟੜਾ ਪੈਲੇਸ ਅਮਲੋ ਲੈ ਕੇ ਗਿਆ ਸੀ। ਹੁਣ ਮੈਨੂੰ ਇਹ ਦੱਸੋ ਗੁਰਪ੍ਰੀਤ ਸਿੰਘ, ਮੈਨੂੰ ਤਾਂ ਹੁਣ ਮਤਲਬ ਉੱਤੋਂ ਤੱਕ ਤੇ ਮੈਨੂੰ ਉਤਰ ਨਹੀਂ ਅਰਸ਼ੋਂ ਵੀ ਤੁਹਾਡੀ ਬੇਟੀ ਦਾ ਵਿਆਹ ਅਮਲੋ ਦੇ ਇਸ ਪੈਲੇਸ ਦੇ ਵਿੱਚ ਹੋਇਆ ਸੀ, ਖਟੜਾ ਪੈਲੇਸ 'ਚ। ਹੁਣ ਸਿਲੰਡਰ ਭਰ ਕੇ ਗੱਡੀ ਮਤਲਬ ਗੱਡੀ ਗਈ ਹੋਊਗੀ, ਉਹ ਸਾਰੇ ਗੁਰੂ ਘਰ ਦੇ ਸਿਲੰਡਰ ਸੀਗੇ। ਤੇ ਫਿਰ ਤੁਸੀਂ ਕਹਿੰਦੇ ਹੋ ਅਸੀਂ ਹਰਾਮ ਦੀਆਂ ਕਮਾਈਆਂ ਨਹੀਂ ਕਰਦੇ, ਅਸੀਂ ਤਾਂ ਗੁਰੂ ਘਰ ਦੇ ਵਿੱਚੋਂ ਕਦੇ ਇੱਕ ਟੱਕਾ ਨਹੀਂ ਚੱਕਿਆ। ਰਾਸ਼ਨ ਦੀਆਂ ਗੱਡੀਆਂ ਭਰ ਭਰ ਕੇ ਤੁਸੀਂ ਲੈ ਕੇ ਜਾਂਦੇ ਹੋ, ਕੋਈ ਦਿਨ ਕੋਈ ਤਿਉਹਾਰ ਹੋਵੇ, ਗੁਰੂ ਘਰ ਦੇ ਵਿੱਚੋਂ ਜਿਹੜੇ ਕਾਮੇ ਤਨਖਾਹਾਂ ਲੈਂਦੇ, ਆਪਣੇ ਘਰ ਦੇ ਵਿੱਚ ਤੁਸੀਂ ਨੌਕਰ ਬਣਾ ਕੇ ਰੱਖੇ ਹੋਏ ਨੇ। ਸਿਰੀ ਨਾਲੋਂ ਮਾੜਾ ਤੁਸੀਂ ਉਹਨਾਂ ਦੇ ਨਾਲ ਮਤਲਬ ਸਿਰੀ ਵੀ ਚੰਗੇ ਜੱਟਾਂ ਨੇ ਰੱਖੇ ਹੋਏ ਨੇ ਖੇਤਾਂ ਦੇ ਵਿੱਚ, ਉਹਨਾਂ ਨੂੰ ਵੀ ਖੁਸ਼ੀ ਨਾਲ ਰੱਖਦੇ ਹੋ। ਤੁਸੀਂ ਤਾਂ ਮਤਲਬ ਛੂਤ ਵਾਲਾ ਜਿਹੜਾ ਕੰਮ ਉੱਤੋਂ ਵੀ ਪਾਰ ਚਲੇ ਗਏ, ਤੁਸੀਂ ਉੱਦਾਂ ਤੁਸੀਂ ਟਰੀਟ ਕਰਦੇ ਹੋ। ਤੁਹਾਡੇ ਵਾਸਤੇ ਮਤਲਬ ਕੋਈ ਸ਼ਬਦ ਹੀ ਨਹੀਂ ਬਚੇ। ਮੈਂ ਤਾਂ ਹੀ ਕਹਿੰਦਾ ਹੁੰਦਾ, ਤੁਸੀਂ ਮੱਸਾ ਰੰਗਣ ਨੂੰ ਵੀ ਲੰਘ ਗਏ ਹੋ, ਅਬਦਾਲੀਆਂ ਨੂੰ ਵੀ ਲੰਘ ਗਏ ਹੋ, ਤੁਸੀਂ ਔਰੰਗਜ਼ੇਬ ਵੀ ਟੱਪ ਗਏ ਹੋ। ਤੁਸੀਂ ਤੁਹਾਡੇ ਵਾਸਤੇ ਕੋਈ ਕੈਟਾਗਰੀ ਹੈ ਹੀ ਨਹੀਂ। ਐਵੇਂ ਲੱਗਦਾ ਵੀ ਉਹਨਾਂ ਸਾਰਿਆਂ ਦਾ DNA ਮਿਕਸ ਹੋ ਕੇ ਕਿਆ ਨਵਾਂ DNA ਬਣ ਗਿਆ ਹੈ। ਉਹ ਜਦੋਂ ਮੱਸਾ ਰੰਗੜ ਮਾਰਿਆ ਹੋਊਗਾ ਤੇ ਆ ਜਿਹੜੀਆਂ ਦਰਬਾਰ ਸਾਹਿਬ ਦੇ ਨੇੜੇ ਤੇੜੇ ਆਸੇ-ਪਾਸੇ ਜਿਹੜੀਆਂ ਬਸ ਗਈਆਂ ਹੋਣਗੀਆਂ ਨਾ ਕੰਜਰੀਆਂ, ਉਹਨਾਂ ਦੇ ਬਾਅਦ ਦੇ ਵਿੱਚ ਆਪਣਾ ਧਰਮ ਪਰਿਵਰਤਨ ਕਰਕੇ ਕਿਤੇ ਉਹ ਸਿੱਖੀ ਭੇਖ 'ਚ ਆ ਗਈਆਂ ਹੋਣਗੀਆਂ, ਉਹਨਾਂ ਦੇ ਕੁੱਖਾਂ 'ਚੋਂ ਜਨਮ ਲਿੱਤਾ ਤੁਸੀਂ ਉਹ ਸਾਰੇ। ਕਿਉਂਕਿ ਸਿੱਖ ਨਹੀਂ, ਕਲਗੀਧਰ ਦੇ ਸਿੱਖ ਨਹੀਂ ਹੋ ਸਕਦੇ। ਜੇ ਇਸ ਖੰਡੇ ਬਾਟੇ ਦੀ ਪਹੁਲ ਕਲਗੀਧਰ ਨੇ ਜਿਹੜਾ ਸਿੰਘਾਂ ਨੂੰ ਪਲਾਈ ਸੀ, ਉਹਨਾਂ ਦੇ ਵੰਸ਼ਾਂ ਦੇ ਵਿੱਚ, ਉਹਨਾਂ ਅੰਸ਼ਾਂ ਦੇ ਵਿੱਚੋਂ ਤੁਸੀਂ ਨਹੀਂ ਹੋ ਸਕਦੇ, ਕਦੇ ਵੀ ਨਹੀਂ ਹੋ ਸਕਦੇ। ਕਿਉਂਕਿ ਉਹ ਗੁਰੂ ਦੇ ਸੱਚੇ ਸੁੱਚੇ ਸਿੰਘ, ਗੁਰੂ ਦੇ ਦਰ ਦੇ ਉੱਤੇ ਰਹਿ, ਗੁਰੂ ਰਾਮਦਾਸ ਦੇ ਦਰ ਤੇ ਰਹਿ ਕੇ ਗੁਰੂ ਨੂੰ ਧੋਖਾ ਨਹੀਂ ਦੇ ਸਕਦੇ। ਕਿਸੇ ਵੀ ਇਤਿਹਾਸਕ ਜਿੱਥੇ ਵੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਨਾ, ਉਸ ਥਾਂ ਦੇ ਉੱਤੇ ਰਹਿ ਕੇ ਗੁਰੂ ਨੂੰ ਧੋਖਾ ਨਹੀਂ ਦੇ ਸਕਦੇ, ਦਗਾ ਨਹੀਂ ਕਮਾ ਸਕਦੇ। ਪਰ ਤੁਹਾਡੇ ਵਾਸਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸਿਰਫ ਇੱਕ ਕਿਤਾਬ ਬਣ ਕੇ ਰਹਿ ਗਿਆ, ਇੱਕ ਦੁਕਾਨਦਾਰੀ ਬਣ ਕੇ ਰਹਿ ਗਿਆ, ਗੋਲਕਾ ਬਣ ਕੇ ਰਹਿ ਗਿਆ ਵੀ ਬਸ ਗੁਰਦੁਆਰਾ ਹੈਗਾ ਆ,
ਪ੍ਰਕਾਸ਼ ਹੋਇਆ ਆ, ਗੁਲ ਗਿਣਦੀਆਂ ਸੀ ਮਹੀਨੇ ਦੀ ਕਿੰਨੀ ਆਉਂਦੀ ਹੈ। ਪ੍ਰਕਾਸ਼ ਸਹੀ ਸਮੇਂ ਤੇ ਹੁੰਦਾ ਨਹੀਂ ਹੁੰਦਾ, ਮਰਿਆਦਾ ਨਿਭਾਈ ਜਾਂਦੀ ਹੈ ਨਹੀਂ ਨਿਭਾਈ ਜਾਂਦੀ, ਮਰਿਆਦਾ ਦੀਆਂ ਧੱਜੀਆਂ ਉੱਡਦੀਆਂ ਨਹੀਂ ਉੱਡਦੀਆਂ, ਤੁਹਾਨੂੰ ਕੋਈ ਮਤਲਬ ਨਹੀਂ ਹੁੰਦਾ। ਸੁੱਖ ਆਸਣ ਹੁੰਦਾ ਨਹੀਂ ਹੁੰਦਾ, 328 ਸਰੂਪ ਕਿੱਥੇ ਗਏ ਸਾਨੂੰ ਕੋਈ ਮਤਲਬ ਨਹੀਂ। ਠੀਕ ਹੈ, ਬੰਦਰਗਾਹ ਤੇ 400 ਸਰੂਪ ਕੈਨੇਡਾ ਪਿਆ ਬੰਦਰਗਾਹ 'ਚ ਕਿੱਦਾਂ ਗਲ ਗਿਆ ਸਾਨੂੰ ਕੋਈ ਮਤਲਬ ਨਹੀਂ। ਚਾਈਨਾ ਦੇ ਵਿੱਚ PDF ਗੁਰੂ ਗ੍ਰੰਥ ਸਾਹਿਬ ਜੀ ਦਾ ਕਿੱਦਾਂ ਪਹੁੰਚ ਗਿਆ ਸਾਨੂੰ ਕੋਈ ਮਤਲਬ ਨਹੀਂ। ਗਲਤ ਗੁਰੂ ਗ੍ਰੰਥ ਸਾਹਿਬ ਉੱਥੋਂ ਛਪ ਕੇ ਹਜ਼ਾਰਾਂ ਦੇ ਹਿਸਾਬ ਨਾਲ ਵੇਚ ਦਿੱਤੇ ਗਏ ਕਿ ਕਿਹਨੇ ਛਪਾਏ ਸਾਨੂੰ ਕੋਈ ਮਤਲਬ ਨਹੀਂ। ਬੇਅਦਬੀਆਂ ਕਿੱਦਾਂ ਹੋਈਆਂ ਸਾਨੂੰ ਕੋਈ ਮਤਲਬ ਨਹੀਂ। ਬਾਈਬਲ ਕਲਾ ਗੋਲੀ ਕਿੱਦਾਂ ਚੱਲੀ ਸਾਨੂੰ ਕੋਈ ਮਤਲਬ ਨਹੀਂ। ਬਰਗਾੜੀ ਦਾ ਅਸੀਂ ਇਨਸਾਫ ਲੈਣਾ ਕਿ ਨਹੀਂ ਲੈਣਾ ਸਾਨੂੰ ਕੋਈ ਮਤਲਬ ਨਹੀਂ, ਕਿਉਂਕਿ ਇਹ ਸਿੱਖ ਕੌਮ ਦੇ ਕੰਮ ਹੀ ਹੈ ਨਹੀਂ ਗੇ, SGPC ਦੇ ਕੰਮ ਹੀ ਨਹੀਂ ਹੈ। ਇਹ ਤਾਂ ਆਮ ਸਿੱਖਾਂ ਦੇ ਕੰਮ ਨੇ ਜਿਹੜੇ ਬਾਹਰ ਰਹਿੰਦੇ ਨੇ ਪੰਜਾਬ ਦੇ ਵਿੱਚ ਅਲੱਗ-ਅਲੱਗ ਥਾਂ ਤੇ। SGPC ਤਾਂ ਇੱਕ ਅਲੱਗ ਸਿੱਖ ਪੰਥ ਹੈ। ਧਾਮੀ ਸਾਹਿਬ ਜਿੱਦਾਂ ਕਹਿੰਦੇ ਨੇ ਆਹ ਬੈਠਿਆ ਮੇਰਾ ਸਿੱਖ ਪੰਥ, ਆਹ ਬੈਠਿਆ ਜੀ, ਦੁਨੀਆ ਜਾਣਦੀ ਹੈ ਵੀ ਆਹ ਬੈਠਿਆ ਸਾਡਾ ਸਿੱਖ ਪੰਥ, ਪਰ ਸਿੱਖ ਪੰਥ ਨਹੀਂ ਜਾਣਦਾ ਵੀ ਉਹ SGPC ਜਿਹੜੀ ਹੈ ਉਹ ਸਾਡਾ ਹੈ ਸਿੱਖ ਪੰਥ ਕਿ ਨਹੀਂ ਹੈ। ਉਹ ਮੈਂ ਕਲੀਅਰ ਕਰਤਾ, ਸਾਡਾ ਹਿੱਸਾ ਨਹੀਂ ਹੈ, ਉਹ ਨਹੀਂ ਹੈ। ਤੁਹਾਡੇ ਵਿੱਚ 10-15% ਸਾਡਾ ਹਿੱਸਾ ਹੋ ਸਕਦੇ ਨੇ ਜਿਹਨਾਂ ਦੇ ਜ਼ਮੀਰ ਜਾਗਦੇ ਨੇ। ਬਹੁਤਾਤ ਆਪਣਾ ਜ਼ਮੀਰ ਤੁਸੀਂ ਵੇਚ ਚੁੱਕੇ ਹੋ, ਗਿਰਵੀ ਰੱਖ ਚੁੱਕੇ ਹੋ। ਠੀਕ ਹੈ, ਤੁਸੀਂ ਤੁਰਦੀਆਂ ਫਿਰਦੀਆਂ ਲਾਸ਼ਾਂ ਹੋ ਜਿਹੜੇ ਸਿਰਫ ਤੇ ਸਿਰਫ ਪੈਸੇ ਦੇ ਤੇ ਹਵਸ ਦੇ ਭੁੱਖੇ ਹੋ। ਤੁਸੀਂ ਉਸ ਥਾਂ ਦੇ ਉੱਤੇ ਜਾ ਕੇ ਪੂੰਛ ਲਾ ਸਕਦੇ ਹੋ, ਉੱਥੇ ਤਲਵੇ ਚੱਟ ਸਕਦੇ ਹੋ ਜਿੱਥੇ ਤੁਹਾਡਾ ਕੋਈ ਉੱਲੂ ਸਿੱਧਾ ਹੁੰਦਾ ਹੋਵੇ। ਤੁਹਾਨੂੰ ਗੁਰੂ ਦੇ ਮਰਿਆਦਾ ਨਾਲ, ਗੁਰੂ ਰਾਮਦਾਸ ਨਾਲ, ਗੁਰੂ ਕਲਗੀਧਰ ਨਾਲ, ਉਹਦੇ ਪਰਿਵਾਰ ਦੀਆਂ ਸ਼ਹਾਦਤਾਂ ਦੇ ਨਾਲ ਕੋਈ ਮਤਲਬ ਨਹੀਂ ਕਿ ਇਹਨੇ ਕੀ ਕੀਤਾ ਕੀ ਨਹੀਂ ਕੀਤਾ। ਮੈਂ ਤਾਂ ਇਹ ਕਹਿਣਾ ਵੀ ਜਦੋਂ ਕਲਗੀਧਰ ਦੇ ਚਾਰੋਂ ਪੁੱਤ ਸ਼ਹੀਦ ਹੋਏ ਨਾ, 2 ਚਮਕੌਰ ਦੀ ਗੜੀ ਦੇ ਵਿੱਚ ਤੇ 2 ਨੀਹਾਂ ਦੇ ਵਿੱਚ ਚਿਣੇ ਗਏ, ਉਦੋਂ ਕਲਗੀਧਰ ਨੂੰ ਜਦੋਂ ਕਿਸੇ ਨੇ ਪੁੱਛਿਆ ਸੀਗਾ ਵੀ ਤੁਹਾਨੂੰ ਬੁਰਾ ਨਹੀਂ ਲੱਗਿਆ, ਤਾਂ ਉਹਨਾਂ ਨੇ ਹੱਸ ਕੇ ਇਹ ਜਵਾਬ ਦਿੱਤਾ ਸੀ। ਉਹਨਾਂ ਦੀ ਅੱਖ 'ਚੋਂ ਇੱਕ ਅਥਰੂ ਦਾ ਤੁਪਕਾ ਨਹੀਂ ਸੀ ਡਿੱਗਿਆ। ਤਾਂ ਉਹਨਾਂ ਨੇ ਇਹੀ ਕਿਹਾ ਸੀਗਾ ਨਾ, ਇਨ ਪੁੱਤਰੋਂ ਕੇ ਸੀਸ ਪੇ ਵਾਰ ਦਿਏ ਸਦਾਚਾਰ ਚਾਰ ਮੂਏ ਤੋਂ ਕਿਆ ਹੁਆ, ਜੀਵਤ ਕਈ ਹਜ਼ਾਰ। ਮੈਂ ਕਹਿੰਦਾ ਆ ਉਦੋਂ ਵਾਕਈ ਹੀ ਉਹਨਾਂ ਦੇ ਵਿੱਚ ਇੰਨੀ ਹਿੰਮਤ, ਮਤਲਬ ਅਸੀਂ ਤਾਂ ਸੋਚ ਵੀ ਨਹੀਂ ਸਕਦੇ, ਇੰਨੀ ਹਿੰਮਤ ਇੰਨੀ ਖਸ਼ਮਤਾ ਉਹਨਾਂ ਦੇ ਵਿੱਚ ਸੀਗੀ ਵੀ ਉਹ ਆਪਣਾ ਸਾਰਾ ਪਰਿਵਾਰ ਵਾਰ ਕੇ ਵੀ ਇਹ ਉਹਨਾਂ ਨੇ ਕਿਹਾ ਕਿ ਆਹ ਆ ਟੱਬਰ ਮੇਰਾ। ਜਦ ਧਾਮੀ ਸਾਹਿਬ ਤੁਸੀਂ ਕਹਿੰਦੇ ਹੋ ਨਾ ਆਹ ਬੈਠਿਆ ਸਾਡਾ ਪੰਥ, ਉਹਨਾਂ ਨੇ ਸਿਰਫ ਇਹ ਨਹੀਂ ਸੀ ਕਿਹਾ ਵੀ ਆਹ ਜਿਹੜਾ ਉਰੇ ਬੈਠਿਆ ਆਹ ਮੇਰਾ ਪੰਥ। ਜੀਵਤ ਕਈ ਹਜ਼ਾਰ, ਸਾਰੀ ਦੁਨੀਆ 'ਚ ਵਸਣ ਵਾਲੇ ਸਿੱਖ ਉਸ ਵੇਲੇ ਦੇ ਕਹਿੰਦੇ ਉਹ ਮੇਰੇ ਹੀ ਨੇ, ਮੇਰੇ ਪੁੱਤ ਨੇ, ਚਾਰ ਮੂਏ ਤੋਂ ਕਿਆ ਹੁਆ। ਪਰ ਅੱਜ ਮੈਂ ਮਤਲਬ ਰੱਬ ਮਾਫ ਕਰੇ ਦਿਲ ਤੇ ਹੱਥ ਰੱਖ ਕੇ ਇਹ ਚੀਜ਼ ਮੈਂ ਮਹਿਸੂਸ ਕਰਕੇ ਕਹਿ ਸਕਦਾ। ਕਈ ਵਾਰ ਮੈਨੂੰ ਨਾ ਮਤਲਬ ਸੰਗਤ ਜੀ ਮੈਨੂੰ ਕਈ ਵਾਰ ਵਿਜ਼ੂਅਲ, ਮਤਲਬ ਤੁਹਾਨੂੰ ਪਤਾ ਕਿ ਜਿਹੜੀ ਚੀਜ਼ ਤੁਸੀਂ ਬਹੁਤ ਬਾਰ-ਬਾਰ ਸੋਚਦੇ ਰਹਿੰਦੇ ਹੋ ਨਾ, ਉਹ ਚੀਜ਼ਾਂ ਤੁਹਾਨੂੰ ਨਜ਼ਰ ਆਏ ਸਾਹਮਣੇ ਦਿਖਣੀਆਂ ਹੀ ਸ਼ੁਰੂ ਹੋ ਜਾਂਦੀਆਂ ਨੇ। ਖੈਰ ਅਸੀਂ ਤਸਵੀਰਾਂ ਦੇ ਉੱਤੇ ਭਰੋਸਾ ਨਹੀਂ ਕਰਦੇ। ਬਾਬੇ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਮਤਲਬ ਜਿੰਨੀਆਂ ਵੀ ਤਸਵੀਰਾਂ ਹੈਗੀਆਂ ਨੇ ਆਲਮੋਸਟ ਸਾਰੀਆਂ ਦੇ ਸਾਰੀਆਂ ਸਾਨੂੰ ਸਿਰੇ ਤੋਂ ਨਕਾਰ ਦੇਣੀਆਂ ਚਾਹੀਦੀਆਂ ਨੇ। ਪਰ ਹਾਂ, ਉਹ ਤਸਵੀਰਾਂ ਬਚਪਨ ਤੋਂ ਦੇਖਦੇ ਆ ਰਹੇ ਹਾਂ ਤਾਂ ਕਿਤੇ ਨਾ ਕਿਤੇ ਉਹਨਾਂ ਤਸਵੀਰਾਂ ਦੇ ਨਾਲ ਇੱਕ ਅਟੈਚਮੈਂਟ ਸਾਡੀ ਹੋ ਗਈ ਹੈ ਵੀ ਸਾਡੇ ਆਹ 10 ਗੁਰੂ ਸੀ। ਤੇ ਮੈਨੂੰ ਸੱਚੀ ਕਈ ਵਾਰ ਐਵੇਂ ਲੱਗਦਾ ਨਾ ਕਿ ਕਲਗੀਧਰ ਦੀਆਂ ਅੱਖਾਂ 'ਚੋਂ ਨਾ ਹੁਣ ਅਥਰੂ ਡਿੱਗ ਰਹੇ ਨੇ। ਉਦੋਂ ਨਹੀਂ ਸੀ ਉਹ ਰੋਇਆ, ਅੱਜ ਦੇਖ ਕੇ ਰੋ ਰਿਹਾ ਹੈ। ਮੇਰਾ ਮਨ ਆਪਣਾ ਕਈ ਵਾਰ ਮਤਲਬ ਸਿਚੁਏਸ਼ਨ ਇਹੋ ਜਿਹੀ ਹੁੰਦੀ ਹੈ, ਸੋਚ ਰਿਹਾ ਹੁੰਦਾ ਆ ਮੈਂ, ਤੇ ਮੇਰਾ ਆਪਣਾ ਮਨ ਭਰ ਜਾਂਦਾ ਉਸ ਵੇਲੇ ਵੀ ਉਦੋਂ ਨਹੀਂ ਸੀ ਰੋਇਆ ਉਹ। ਠੀਕ ਹੈ, ਜਿਹਨੇ ਆਪਣੀ ਮਾਂ ਵਾਰਤੀ, ਆਪਣਾ ਪਿਓ ਵਾਰਤਾ, ਆਪਣੇ ਪੁੱਤ ਵਾਰਤੇ, ਠੀਕ ਹੈ, ਧਰਮ ਪਤਨੀ ਵਾਰਤੀ, ਸਾਰਾ ਪਰਿਵਾਰ ਜਿਹਨੇ ਵਾਰਤਾ, ਉਹ ਉਦੋਂ ਨਹੀਂ ਰੋਇਆ। ਆ ਹੁਣ ਇਹਨਾਂ ਦੀਆਂ ਕਰਤੂਤਾਂ ਦੇਖ ਕੇ ਰੋਂਦਾ ਹੋਗਾ ਕਿ ਮੈਂ ਕਿੱਡਾ ਖਾਲਸਾ ਪੰਥ ਸਿਰਜਿਆ ਸੀ, ਮੈਂ ਕਿੰਨਾ ਕੁਝ ਇਸ ਪੰਥ ਵਾਸਤੇ ਕੀਤਾ, ਮੈਂ ਕਿੰਨਾ ਕੁਝ ਇਸ ਪੰਥ ਨੂੰ ਦੇ ਕੇ ਗਿਆ ਸੀ। ਇਸ ਪੰਥ ਨੇ ਸਾਰੀ ਦੁਨੀਆ ਦੀ ਮਾਨਵਤਾ ਦੀ ਭਲਾਈ ਕਰਨੀ ਸੀ, ਰਖਵਾਲੀ ਕਰਨੀ ਸੀ, ਪਰ ਅੱਜ ਇਹ ਪੰਥ ਸਿਰਫ ਤੇ ਸਿਰਫ ਇੱਕ ਪਰਿਵਾਰ ਦੇ ਤਲਵੇ ਚੱਟ ਕੇ ਉਹਦੇ ਜੋਗਾ ਰਹਿ ਗਿਆ। ਇਹ ਗੁਰੂ ਘਰ ਜਿਹੜੇ ਸਾਰੇ ਪੰਥ ਦੇ ਸੀ, ਹਿੰਦੂ, ਮੁਸਲਿਮ, ਸਿੱਖ, ਈਸਾਈ, ਬੋਧੀ, ਜੈਨੀ, ਸਾਰਿਆਂ ਦੇ ਸੀ, ਜਿਹੜੇ ਚੌ ਵਰਨਾਂ ਨੂੰ ਸਾਂਝਾ ਸੁਨੇਹਾ ਜਿਹੜਾ ਦਰਬਾਰ ਦਿੰਦਾ ਸੀ, ਉਸ ਦਰਬਾਰ ਦੇ ਇਹ ਦਰਵਾਜ਼ੇ ਵੀ ਬੰਦ ਕਰ ਦਿੰਦੇ ਨੇ। ਉਸ ਦਰਬਾਰ ਦੇ ਵਿੱਚ ਇਹਨਾਂ ਦੀਆਂ ਗੁੰਡਾਗਰਦੀਆਂ ਚੱਲਦੀਆਂ ਨੇ। ਉਸ ਪਵਿੱਤਰ ਪਾਕ ਥਾਂ ਦੇ ਸਰਾਹਾਂ ਦੇ ਵਿੱਚ ਇਹਨਾਂ ਦੀਆਂ ਐਸ਼ਪ੍ਰਸਤੀਆਂ ਹੁੰਦੀਆਂ ਨੇ। ਇਹ ਕੁਕਰਮ ਕਰਦੇ ਨੇ, ਸ਼ਰਾਬਾਂ ਪੀਤੀਆਂ ਜਾਂਦੀਆਂ ਨੇ, ਤੰਬਾਕੂ ਲਾਏ ਜਾਂਦੇ ਨੇ। ਇਹਨਾਂ ਦੇ ਆਪਣੇ ਗੰਦੇ ਕਾਤਲ ਮੈਨੇਜਰ ਤੱਕ ਉੱਥੇ ਬੈਠੇ ਆ, ਇਹਨਾਂ ਨੂੰ ਕੋਈ ਸ਼ਰਮ ਨਹੀਂ। ਫਿਰ ਇਹ ਕਹਿੰਦੇ ਨੇ ਵੀ ਸੈਣੀ ਬੋਲਦਾ ਆ, ਬੋਲਾਂਗਾ ਇੱਥੇ ਦਰਦ ਹੁੰਦਾ ਆ, ਬੋਲੂੰਗਾ
ਕਈ ਜੋ ਮੈਨੂੰ ਮਨਮੁਖ ਹਾਂ ਮੈਂ ਨਹੀਂ ਅੰਮ੍ਰਿਤ ਛਕਿਆ, ਨਹੀਂ ਬਾਣੀ ਬਣਦਾ, ਧਾਰ ਨਹੀਂ ਬਣਿਆ। ਤੁਹਾਡੇ ਵਰਗੇ ਗੰਦ ਜਦੋਂ ਨਿਕਲਣਗੇ ਆਪ ਮੁਹਾਰੇ ਚਲ ਜਾਊਗਾ। ਨਹੀਂ ਨਿਕਲੋਗੇ ਨਹੀਂ ਜਾਓ। ਉਸ ਰੱਬ ਨੂੰ ਪਤਾ, ਉਹ ਦੇਖਦਾ ਆ। ਠੀਕ ਹੈ, ਇਹ ਬਾਹਰੋਂ ਗਾਤਰਾ ਪਾਇਆ, ਬਾਬੇ ਨਾਨਕ ਵਾਲਾ ਜਨੇਊ ਅੰਦਰੋਂ ਧਾਰਨ ਕੀਤਾ ਆ। ਸੋ ਮੈਨੂੰ ਇਹਨਾਂ ਚੀਜ਼ਾਂ 'ਚ ਨਾ ਉਲਝਾਇਓ, ਮੈਨੂੰ ਫਰਕ ਨਹੀਂ ਪੈਂਦਾ। ਖੈਰ ਵਾਹਿਗੁਰੂ। ਤਾਂ ਮੋੜ ਦੀ ਗੱਲ ਕਰ ਰਹੇ ਸੀਗੇ। ਠੀਕ ਹੈ ਜੀ, ਮੈਨੇਜਰ ਗੁਰਪ੍ਰੀਤ ਮੱਲੇਵਾਲਾ। ਤਸਵੀਰਾਂ ਇਹਦੀਆਂ ਹੀ ਮੈਨੇਜਰ ਦੀਆਂ ਲਾ ਦੇਣਾ, ਕਿਉਂਕਿ ਕਰਤੂਤਾਂ ਇਹਦੀਆਂ ਬਹੁਤ ਚੰਗੀਆਂ ਸੀ, ਇਸ ਕਰਕੇ ਮੈਂ ਫੋਟੋਆਂ ਪਹਿਲਾਂ ਹੀ ਮੈਨੇਜ ਕਰ ਲਈਆਂ ਇਹਦੀਆਂ ਵੀ। ਠੀਕ ਹੈ, ਤੇ ਉਸ ਤੋਂ ਬਾਅਦ ਗੱਲ ਕਰਦੇ ਹਾਂ ਮਹਿੰਦਰ ਤੇ ਗੁਰਪ੍ਰੀਤ ਮੱਲੇਵਾਲਾ ਜਿਹੜਾ ਹੈਗਾ ਆ, ਇਹ ਬਲੈਰੋ ਗੱਡੀ ਦੇ ਵਿੱਚ, ਠੀਕ ਹੈ, ਇਹਦੀ ਪੜਤਾਲ ਹੋਈ ਸੀ। ਬਲੈਰੋ ਗੱਡੀ ਕਣਕ ਦੀ ਭਰ ਕੇ, ਆਈ ਥਿੰਕ ਬਲੈਰੋ 'ਚ 8-10 ਕੁਇੰਟਲ ਤਾਂ ਆਈ ਜਾਂਦੀ ਹੈ, ਵੇਚਣ ਗਏ ਸੀਗੇ ਜੀ, ਵੇਚ ਦਿੱਤੀ ਸੀ। ਉਸ ਦਾ ਵੀ ਬੜਾ ਰੌਲਾ ਪਿਆ ਸੀ, ਉਹਦੀ ਵੀ ਪੜਤਾਲ ਪੂਰੀ ਹੋਈ ਸੀ। ਠੀਕ ਹੈ, ਹੁਣ ਉਹ ਪੜਤਾਲ ਦੀਆਂ ਰਿਪੋਰਟਾਂ ਤੁਸੀਂ ਜਿੰਨੀਆਂ ਮਰਜ਼ੀ ਧਾਮੀ ਸਾਹਿਬ ਦੱਬ ਕੇ ਰੱਖੋ, ਮੇਰੇ ਕੋਲ ਪਹੁੰਚ ਹੀ ਜਾਂਦੀਆਂ ਨੇ ਸਾਰੀਆਂ ਦੀਆਂ ਸਾਰੀਆਂ। ਠੀਕ ਹੈ ਜੀ, ਹੁਣ ਤੁਸੀਂ ਦੱਬੀ ਜਾਓ ਜਾਂ ਦੱਸ ਦਿਓ ਮੈਂ ਗਲਤ ਹਾਂ। ਸੰਗਤ ਦੀ ਮਤਲਬ ਗੁਰੂ ਘਰ ਦੀ ਮੈਂ ਤੁਹਾਨੂੰ ਦੱਸ ਦੇਣਾ ਟੋਟਲ ਉੱਥੇ ਮਤਲਬ ਗੁਰੂ ਘਰ ਦੀ ਜ਼ਮੀਨ ਵੀ ਕਿੰਨੀ ਹੈ, ਤੇ ਉਹਦੇ ਵਿੱਚ ਵੀ ਕੀ ਇਹ ਕਿੱਦਾਂ ਕਿੰਨੇ ਵੱਡੇ ਪੱਧਰ ਦੇ ਉੱਤੇ ਘਪਲੇ ਕਰਦੇ ਨੇ। ਹੁਣ ਜਿੰਨਾ ਵੀ ਉੱਥੇ ਮਤਲਬ ਝੋਨਾ ਹੁੰਦਾ ਆ ਜਾਂ ਕਣਕ ਹੁੰਦੀ ਆ, ਗੁਰੂ ਘਰ ਦੇ ਵਿੱਚ ਹੀ ਆਉਂਦੀ। ਉੱਥੋਂ ਬਾਅਦ ਅਗਰ ਜਾਂਦੀ ਹੋਗੀ ਮੰਡੀਆਂ ਜਾਂਦੀ ਹੋਗੀ, ਮੈਨੂੰ ਇਹ ਨਹੀਂ ਪਤਾ ਹੈਗਾ। ਮੈਂ ਉਹ ਵੀ ਕੱਢਦਾ ਵੀ ਗੁਰੂ ਘਰ ਦੀਆਂ ਇੰਨੀਆਂ ਜ਼ਮੀਨਾਂ ਨੇ ਤੇ ਉਹਦਾ ਅਨਾਜ ਇਹ ਕਰਦੇ ਕੀ ਨੇ, ਕਿਹੜੇ ਹਿਸਾਬ ਨਾਲ ਵੇਚਦੇ ਨੇ। ਕਿਉਂਕਿ ਇਹਨਾਂ ਦਾ ਪਤਾ ਕਿ ਮੈਂਬਰ ਸਾਰੇ ਤੇ ਸਾਰੇ ਗੁਰੂ ਘਰਾਂ ਨਾਲ ਜੁੜੇ ਆ, ਜਿਹੜੇ ਗੁਰੂ ਘਰਾਂ ਦੀ ਜ਼ਮੀਨ 100 ਏਕੜ ਤੋਂ ਵੱਧ ਹੈ, ਜਾਂ ਤਾਂ ਉਹਨਾਂ ਦਾ ਪਟਾ ਉਹ ਆਪਣੇ ਕੋਲ ਰੱਖਦੇ ਆ, ਆਪਣੇ ਕਿਸੇ ਰਿਸ਼ਤੇਦਾਰ ਨੂੰ ਦੇ ਕੇ ਰੱਖਦੇ ਨੇ, ਜਾਂ ਗੁਰੂ ਘਰ ਆਪ ਵਾਹੀ ਕਰਦਾ। ਤੇ ਗੁਰੂ ਘਰ ਅਗਰ ਆਪ ਵਾਹੀ ਕਰਦਾ ਤੇ ਜੇ ਉਹ ਇੰਨਾ ਅਨਾਜ ਆਂਦਾ ਤੇ ਉਹ ਇਹ ਕਿਹੜੇ ਹਿਸਾਬ ਨਾਲ ਵੇਚਦੇ ਨੇ। ਠੀਕ ਹੈ ਜੀ, ਹੁਣ ਜਿੱਦਾਂ ਰੋਟੀਆਂ ਦੇ ਘਪਲੇ ਦੇ ਵੇਲੇ ਵੇਚਿਆ ਸੀਗਾ ਉੱਥੇ ਝੋਨਾ, ਤੇ ਝੋਨੇ ਦੀ ਭਰਵਾਈ ਧਾਮੀ ਸਾਹਿਬ ਕਿਹਨੇ ਕੀਤੀ ਸੀਗੀ ਦੱਸੋਗੇ? ਚਲੋ ਛੱਡੋ, ਹੁਣ ਕਾਹਨੂੰ ਗੱਡੇ ਮੁਰਦੇ ਪੱਟਣੇ ਆ। ਖੈਰ ਜੀ, ਇਸ ਗੁਰੂ ਘਰ ਦੇ ਜਿਹੜੇ ਹੈਗੇ ਨੇ 153 ਕਿੱਲੇ ਨੇ ਜਿਹੜੇ ਇਹ ਆਪ ਵਾਹੀ ਕਰਦੇ ਨੇ। ਠੀਕ ਹੈ, ਉਸ ਤੋਂ ਇਲਾਵਾ ਮਤਲਬ 9 ਕਿੱਲੇ ਹੋਰ ਨੇ, ਉਹ ਮਤਲਬ ਕਿਸੇ ਕੋਈ ਹੋਰ ਵਾਹੀ ਕਰਦਾ, 21 ਕਿੱਲੇ ਹੋਰ ਨੇ ਤਕਰੀਬਨ। ਮਤਲਬ ਇਸ ਮਤਲਬ ਗੁਰੂ ਘਰ ਦੇ ਅਧੀਨ ਜਿਹੜੀ ਜ਼ਮੀਨ ਆਉਂਦੀ ਹੈ ਉਹ 200 ਕਿੱਲਾ ਜ਼ਮੀਨ ਆਉਂਦੀ ਹੈ, ਜਿਹਨਾਂ ਵਿੱਚੋਂ 153 ਕਿੱਲੇ ਇਹ ਆਪ ਵਾਹੀ ਕਰਦੇ ਨੇ। ਤੇ ਵਾਹੀ ਕਰਕੇ ਉਸ ਤੋਂ ਬਾਅਦ ਇਹ ਮਤਲਬ ਬਹੁਤ ਵੱਡੇ ਪੱਧਰ ਤੇ ਜਦੋਂ ਫਸਲ ਤਿਆਰ ਹੋ ਜਾਂਦੀ ਹੈ, ਅੱਜ ਦਾ ਭਰ ਕੇ ਬਲੈਰੋ ਗੱਡੀ ਕਣਕ ਵੇਚੀ ਗਈ ਉਦਾਂ ਹੀ ਜਾਂਦੀ ਹੈ। ਧਾਮੀ ਸਾਹਿਬ ਪਤਾ ਕਰ ਲਿਓ, ਇਸ ਵਾਰੀ ਫਸਲ ਜਦੋਂ ਹੋਊਗੀ ਨਾ ਤਾਂ ਧਿਆਨ ਰੱਖ ਲਿਓ ਕਿੰਨੀ ਕੀ ਚੱਕੀ ਜਾਂਦੀ ਹੈ ਤੇ ਕਿੰਨੀ ਕੀ ਵੇਚੀ ਜਾਂਦੀ ਹੈ। ਇੱਥੋਂ ਤੱਕ ਕਿ ਫਸਲਾਂ ਦੇ ਉੱਤੇ ਸੰਗਤ ਜੀ ਜਿਹੜੀ ਛਿੜਕਾਉਣ ਵਾਲੀ ਦਵਾਈ ਹੁੰਦੀ ਹੈ, ਉਸ ਦਵਾਈ ਦੀ ਇਹਨਾਂ ਨੇ ਫਲਾਈਂਗ ਡਿਪਾਰਟਮੈਂਟ ਨੇ ਜਾਂਚ ਕੀਤੀ ਸੀ ਜੀ ਦਵਾਈ, ਕਿਉਂਕਿ ਉੱਥੇ ਅਗਰ ਇੱਕ ਵਾਰ ਛਿੜਕਾਅ ਹੁੰਦਾ ਤੇ ਇਹ 2-2 ਵਾਰ 3-3 ਵਾਰ ਪਾ ਦਿੰਦੇ। ਹੁਣ 153 ਕਿੱਲੇ ਅਗਰ ਪੈਲੀ ਹੈਗੀ ਆ ਜਿਹਦੀ ਵਾਹੀ ਹੁੰਦੀ ਹੈ ਤਾਂ ਦਵਾਈ ਸਸਤੀ ਥੋੜੀ ਲੱਗਣੀ ਹੈ, ਥੋੜੀ ਬਹੁਤੀ ਥੋੜੀ ਆਣੀ ਹੈ। ਜਦੋਂ ਇਨਕੁਆਇਰੀ ਹੋਈ ਤਾਂ ਉਹਦੇ ਵਿੱਚ ਦਵਾਈ ਦੇ ਵਿੱਚ ਇਕੱਲੀ ਜਿਹੜੀ ਛਿੜਕਾਅ ਕਰਨ ਵਾਲੀ ਦਵਾਈ ਹੁੰਦੀ ਹੈ ਉਹਦੇ ਵਿੱਚ ਹੀ 10 ਲੱਖ ਦਾ ਘਪਲਾ ਸਾਹਮਣੇ ਆਇਆ ਸੀ, ਜੋ ਇਸ ਮਤਲਬ ਗੁਰਪ੍ਰੀਤ ਮੈਨੇਜਰ ਨੇ ਕੀਤਾ। ਹੁਣ ਇਹ ਵੀ ਜੁੰਡਲੀ ਮਤਲਬ ਤੁਹਾਨੂੰ ਕਿਹਾ ਸੀ ਫਤਿਹਗੜ੍ਹ ਸਾਹਿਬ ਉਹ ਉੱਥੇ ਕੁਨਬਾ ਇੱਕ ਅਲੱਗ ਬੈਠਾ ਆ। ਠੀਕ ਹੈ, ਇੱਥੇ ਇੱਕ ਆਹ ਕੁਨਬਾ ਅਲੱਗ ਬੈਠਾ ਆ। ਇਹਨਾਂ ਨੇ ਉਦਾਂ ਹੀ ਮਤਲਬ ਅਲੱਗ-ਅਲੱਗ ਥਾਂ ਅਲੱਗ-ਅਲੱਗ ਮਤਲਬ ਪਰਿਵਾਰਾਂ ਨੂੰ ਜਾਂ ਕੁਝ ਪ੍ਰਧਾਨਾਂ ਨੂੰ, ਜਥੇਦਾਰਾਂ ਨੂੰ ਜਾਂ ਫਿਰ ਮੈਨੇਜਰਾਂ ਨੂੰ ਦਿੱਤੀਆਂ ਹੋਈਆਂ ਨੇ, ਸਕੱਤਰਾਂ ਮੀਤ ਸਕੱਤਰਾਂ ਨੂੰ। ਠੀਕ ਹੈ, ਮੈਂਬਰ ਹਰ ਕਿਸੇ ਦੇ ਨਾਲ ਨੇ ਸਪੋਰਟ ਕਰਨ ਵਾਸਤੇ, ਕਿਉਂਕਿ ਮੈਂਬਰਾਂ ਦੇ ਉੱਤੇ ਤੁਸੀਂ ਸਿਰਫ ਦੋਸ਼ ਲਾ ਸਕਦੇ ਹੋ। ਮੈਂਬਰਾਂ ਦੀ ਨਾ ਇਨਕੁਆਇਰੀ ਹੋਣੀ ਹੈ ਨਾ ਕੋਈ ਹੋਰ ਕੰਮ ਹੋਣਾ ਮੈਂਬਰਾਂ ਦਾ। ਮੈਂਬਰ ਪਿੱਛੋਂ ਜੋ ਇਹਨਾਂ ਨੂੰ ਹਦਾਇਤਾਂ ਦਿੰਦੇ ਨੇ ਉਹੀ, ਕਿਉਂਕਿ ਪੁਲਿਸ ਵੀ ਇਹਨਾਂ ਦੀ ਹੈ, ਫਲਾਈਂਗ ਇਹਨਾਂ ਦੀ ਹੈ। ਠੀਕ ਹੈ, ਵਕੀਲ ਇਹਨਾਂ ਦੇ ਅਨਪੜ੍ਹ ਐਲਏ ਜਿਹੜੇ ਲੱਗੇ ਹੋਏ ਨੇ, ਬਾਹਰ ਦੀਆਂ ਕੋਰਟਾਂ ਨੇ ਜਿਹਨਾਂ ਨੂੰ ਮਨਾ ਕੀਤਾ ਤੁਸੀਂ ਵਕਾਲਤ ਕਰ ਨਹੀਂ ਸਕਦੇ, ਉਹ ਵਕੀਲ ਇਹਨਾਂ ਦੇ ਭਰੇ ਹੋਏ ਨੇ ਪ੍ਰਿਤਪਾਲ ਵਰਗੇ। ਫਿਰ ਜੇਕਰ ਕੋਈ ਸਸਪੈਂਡ ਵੀ ਹੁੰਦਾ ਉਹਨੂੰ ਬਹਾਲ ਕਰਨ ਵਾਸਤੇ 40-20-30 ਹਜ਼ਾਰ ਰੁਪਏ ਲੈ ਕੇ ਉਹਨੂੰ ਬਹਾਲ ਵੀ ਕਰ ਦੇਣਗੇ। ਤਾਂ ਤੁਸੀਂ ਸੋਚ ਸਕਦੇ ਹੋ ਵੀ ਆਹ ਦਾਇਰਾ ਇਹਨਾਂ ਦਾ ਕਿੱਦਾਂ ਦਾ ਗੁੰਡਾਗਰਦੀ ਦਾ ਉਹ ਦਾਇਰਾ ਬਣਿਆ ਹੋਇਆ ਹੈ। ਜਿਹੜੇ ਇਹਨਾਂ ਦੇ ਮੈਨੇਜਰ ਗੁਰੂ ਘਰ ਦੀ ਗੋਲਕ ਦੇ ਵਿੱਚੋਂ 50-50 ਹਜ਼ਾਰ ਰੁਪਏ ਚੋਰੀ ਕਰਦੇ ਹੋਏ ਸਰੇਆਮ ਫੜੇ ਗਏ। ਜਿਹੜੇ ਮੈਨੇਜਰ ਦੇਖ ਗਏ ਜਾਂ ਜਿਹੜੇ ਇਹਨਾਂ ਦੇ ਸਕੱਤਰ ਜਾਂ ਹੋਰ ਬੰਦੇ ਜਿਹੜੇ ਦੇਖ ਗਏ ਕਿ ਹਾਂ ਗੁਰੂ ਘਰ ਦੀਆਂ ਸਰਾਹਾਂ ਦੇ ਵਿੱਚ ਸਰੇਆਮ ਮਤਲਬ ਜਿਹੜੇ ਨੰਗੇ ਫੜੇ ਗਏ, ਉਹਨਾਂ ਨੂੰ ਵੀ ਬਖਸ਼ ਦਿੱਤਾ ਗਿਆ। ਪਰ ਹਾਂ ਉਹ ਜਿਹੜੀਆਂ ਗਰੀਬੜੀਆਂ ਜਿਹਨਾਂ ਨੂੰ ਪਤਾ ਨਹੀਂ ਕਿਹੜੇ ਮਤਲਬ ਪੈਂਤਰੇ ਪਾ ਕੇ ਜਿਹਨਾਂ ਨੂੰ ਕਮਰਿਆਂ ਤੱਕ ਲੈ ਕੇ ਆਏ, ਜਿਹਨਾਂ ਨੂੰ ਇਹ ਵਰਤਦੇ ਰਹੇ, ਤੇ ਜਦੋਂ ਉਹ ਫੜੇ ਜਾਂਦੇ ਤਾਂ ਫਿਰ ਉਹਨਾਂ ਨੂੰ ਇਹ ਸੇਵਾ ਮੁਕਤ ਕਰ ਦਿੰਦੇ ਨੇ। ਕਿਉਂ? ਇਹ ਚਿੱਟੇ ਹੰਸ ਨੇ, ਇਹ ਤਾਂ ਕਰੈਕਟਰ ਲੈਸ ਹੈ ਹੀ ਨਹੀਂ। ਇਹਨਾਂ ਦਾ ਕਰੈਕਟਰ ਬਹੁਤ ਚੰਗਾ ਹੈ, ਇਹ ਤਾਂ ਰੱਬ ਦੇ ਦੂਤ ਨੇ। ਕੋਈ ਗੱਲ ਨਹੀਂ, ਤੁਸੀਂ ਦੂਤ ਹੋ ਜਾਂ ਜਮਦੂਤ ਹੋ, ਉਸ ਗੁਰੂ ਰਾਮਦਾਸ ਨੇ ਤੁਹਾਨੂੰ ਦੱਸਣਾ ਹੈ, ਉਸ ਕਲਗੀਧਰ ਨੇ ਤੁਹਾਨੂੰ ਦੱਸਣਾ ਹੈ। ਭੁੱਲਿਓ ਨਾ ਕਲਗੀਧਰ ਨੇ ਕੜਾਹੇ ਕਿਉਂ ਚਾੜੇ ਸੀ।
ਅੱਜ ਬੇਸ਼ੱਕ ਬੜੇ ਜਣੇ ਕਹਿੰਦੇ ਨੇ ਨਾ, ਜੇ ਕਲਗੀਧਰ ਨੂੰ ਪਤਾ ਸੀ ਜੋ ਵਾਕਈ ਰੱਬ ਹੁੰਦਾ, ਗੁਰੂ ਹੁੰਦਾ, ਉਹਨੇ ਆਪਣਾ ਪਰਿਵਾਰ ਕਾਹਤੋਂ ਮਰਵਾਉਣਾ ਸੀਗਾ, ਆਪਣੇ ਫਿਰ ਬੱਚੇ ਬਚਾ ਲੈਂਦਾ, ਜੇ ਉਹਨੂੰ ਆਪੇ ਅੱਗੇ ਦੀ ਭਵਿੱਖਬਾਣੀ ਦੀਦੀ ਸੀ। ਬੜੇ ਲੋਕਾਂ ਦੇ ਜ਼ਿਹਨ 'ਚ ਇਹ ਚੀਜ਼ਾਂ ਹੈਗੀਆਂ ਨੇ ਨਾ। ਪਰ ਉਸ ਸ਼ਹਾਦਤ ਤੇ ਉਸ ਥਾਂ ਦੇ ਉੱਤੇ ਤੁਸੀਂ ਜਾ ਕੇ ਅਗਰ ਤੁਸੀਂ ਮਹਿਸੂਸ ਕਰੋਗੇ ਨਾ ਕਿ ਉਹ ਤਾਕਤ ਕੀ ਸੀ, ਤਾਂ ਤੁਹਾਨੂੰ ਪਤਾ ਲੱਗੇਗਾ। ਇਤਿਹਾਸ ਲਿਖਿਆ ਗਿਆ ਤਾਂ ਹੀ ਕਰਕੇ। ਆਪਣਾ ਆਪ ਵਾਰਨਾ, ਆਪਣਾ ਪਰਿਵਾਰ ਵਾਰਨਾ ਆਸਾਨ ਨਹੀਂ ਹੁੰਦਾ, ਤੇ ਇਹ ਪਹੁੰਚੀਆਂ ਰੂਹਾਂ ਹੀ ਕਰ ਸਕਦੀਆਂ ਨੇ, ਇਹ ਰੱਬ ਹੀ ਕਰ ਸਕਦੇ ਨੇ ਵੀ ਆਉਣ ਵਾਲੇ ਸਾਡੇ ਜਿਹੜੀਆਂ ਪੀੜ੍ਹੀਆਂ ਹੈਗੀਆਂ, ਪਨੀਰੀਆਂ ਹੈਗੀਆਂ ਨੇ, ਉਹਨਾਂ ਨੂੰ ਸੇਧ ਮਿਲੇ। ਕੋਈ ਕਿਸੇ ਲਾਲਚ 'ਚ ਵਸ਼ ਕਿਸੇ ਕਿਲੇ ਨੂੰ ਮੱਲ ਕੇ ਨਾ ਬੈਠਾ ਰਵੇ, ਕਿਸੇ ਤਖਤੇ ਤਾਉਸ ਨੂੰ ਨਾ ਮਲ ਕੇ ਬੈਠਾ ਰਵੇ, ਕਿਸੇ ਤਾਜ ਨੂੰ ਨਾ ਮਲ ਕੇ ਬੈਠਾ ਰਵੇ। ਸਾਡੀ ਅਸਲ ਕਮਾਈ ਸਾਡੀ ਸੱਚਾਈ ਆ, ਇਮਾਨਦਾਰੀ ਆ, ਲੋਕ ਭਲਾਈ ਆ। ਉਸੇ ਦੇ ਚੱਲਦਿਆਂ ਕਲਗੀਧਰ ਨੇ ਆਹ ਕੌਮ ਸਜਾਈ ਆ। ਉਸੇ ਦੇ ਚੱਲਦਿਆਂ ਕਲਗੀਧਰ ਨੇ ਕਿਹਾ ਸੀਗਾ, ਚਾਰ ਮੂਹੇ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਪਰ ਅਸੀਂ ਸਭ ਕਰਤਾ ਬਰਬਾਦ। ਜਿਹੜੇ ਤੁਸੀਂ ਬੈਠੇ ਹੋ ਨਾ ਨਖਿੱਧ ਆ ਕੇ, ਮੱਸਾ ਰੰਗੜ ਦੀਆਂ ਔਲਾਦਾਂ, ਉਹਨਾਂ ਨੇ ਸਭ ਖਰਾਬ ਕਰਤਾ। ਪਰ ਕੋਈ ਗੱਲ ਨਹੀਂ, ਬਾਹਰ ਜਾਗਦੀਆਂ ਜ਼ਮੀਰਾਂ ਵਾਲੇ ਬਹੁਤ ਨੇ। ਇਹ ਕੌਮ ਕਦੇ ਖਤਮ ਨਹੀਂ ਹੁੰਦੀ। ਗਰਜਾ ਸਿੰਘ, ਬੋਤਾ ਸਿੰਘ ਹਰ ਚੌਂਕ ਤੇ, ਹਰ ਚੁਰਾਹੇ ਤੇ ਚੁੰਗੀ ਲਾਉਣ ਨੂੰ ਤਿਆਰ ਬੈਠੇ, ਇਹ ਯਾਦ ਰੱਖਿਓ, ਠੀਕ ਹੈ। ਸੁੱਖਾ ਸਿੰਘ, ਮਹਿਤਾਬ ਸਿੰਘ ਮੱਸਾ ਰੰਗੜ ਦੀਆਂ ਧੌਣਾ ਲਾਉਣ ਨੂੰ ਬੇਤਾਬ ਬੈਠਿਆ, ਇਹ ਵੀ ਯਾਦ ਰੱਖਿਓ। ਇਹ ਕਾਫਲਾ ਜਿੱਦਣ ਬਾਹਰ ਨਿਕਲਿਆ ਨਾ, ਤਾਂ ਤੁਹਾਨੂੰ ਭੱਜਦਿਆਂ ਨੂੰ ਰਾਹ ਨਹੀਂ ਲੱਭਣਾ, ਵਾਣ ਫਿਰ ਇੱਕੋ ਵਰਗੇ ਹੀ ਹੋਣੇ, ਇਹ ਯਾਦ ਰੱਖਿਓ। ਖੈਰ, ਮਤਲਬ 10 ਲੱਖ ਦਾ ਉੱਥੋਂ ਘਪਲਾ ਨਿਕਲ ਗਿਆ ਦਵਾਈਆਂ ਦੇ ਵਿੱਚ ਇਹਨਾਂ ਦੇ। ਉਸ ਤੋਂ ਬਾਅਦ ਅੱਗੇ ਕਰਦੀ ਆ ਜੱਲੇ ਵਾਲਾ ਕੋਈ ਪੰਪ ਹੈ ਜੀ ਉੱਥੇ, ਠੀਕ ਹੈ, ਜੱਲੇ ਵਾਲਾ ਕਹਿੰਦੇ ਨੇ ਪੰਪ। ਉੱਥੇ ਵੀ ਜ਼ਮੀਨ ਇਹਨਾਂ ਦੀ ਲੱਗਦੀ ਆ ਥੋੜ੍ਹੀ ਬਹੁਤੀ, ਤੇ ਇਹ ਮੈਨੇਜਰ ਜਿਹੜਾ ਗੁਰਪ੍ਰੀਤ ਮੱਲੇ ਵਾਲਾ ਹੈਗਾ ਆ, ਠੀਕ ਹੈ ਨਾ, ਜਾਂ ਮੱਲੇ ਵਾਲਾ ਪੰਪ ਹੋਊਗਾ, ਠੀਕ ਹੈ। ਉਹ ਜਿਹੜਾ ਗੁਰਪ੍ਰੀਤ ਮੈਨੇਜਰ ਹੈ, ਉਹਨੇ ਮੇਨ ਰੋਡ ਦੇ ਉੱਤੇ ਇਸ ਪੰਪ ਵਾਲੇ ਨੂੰ ਜ਼ਮੀਨ ਦਿੱਤੀ, ਠੀਕ ਹੈ। ਉਹ ਮਤਲਬ ਬੱਟਾ ਸੱਟਾ ਕੀਤਾ ਜ਼ਮੀਨ ਦਾ, ਇਹਨੂੰ ਜ਼ਮੀਨ ਉੱਥੇ ਮੇਨ ਰੋਡ 'ਤੇ ਦੇ ਗਈ, ਤੇ ਆਪ ਪਿਛਲੇ ਪਾਸੇ ਟੋਟਾ ਜ਼ਮੀਨ ਦਾ ਲੈ ਲਿਆ। ਹੁਣ ਮੈਨੂੰ ਇਹ ਦੱਸੋ ਵੀ ਉਹਦੇ ਬਦਲੇ ਜਿਹੜੀ ਜ਼ਮੀਨ, ਕਿਉਂਕਿ ਮੇਨ ਰੋਡ ਦੇ ਉੱਤੇ ਜ਼ਮੀਨ ਸਸਤੀ ਹੁੰਦੀ ਆ, ਤੁਸੀਂ ਗੁਰੂ ਘਰ ਦੀ ਜ਼ਮੀਨ ਮੇਨ ਰੋਡ ਵਾਲੀ ਪੰਪ ਵਾਲੇ ਨੂੰ ਦੇਤੀ, ਤੇ ਪੰਪ ਵਾਲੇ ਤੋਂ ਪਿਛਲੇ ਪਾਸੇ ਕਿਤੇ ਜ਼ਮੀਨ ਲੈ ਲਈ ਉਨੀ, ਠੀਕ ਹੈ। ਹੁਣ ਇਹ ਦੱਸੋ ਕਿ ਪੰਪ ਵਾਲੇ ਨੂੰ ਜਿਹੜੀ ਜ਼ਮੀਨ ਦਿੱਤੀ ਹੈ, ਪੰਪ ਵਾਲੇ ਤੋਂ ਪੈਸਾ ਹੋਰ ਕਿੰਨਾ ਲੈ ਕੇ ਖਾਧਾ? ਧਾਮੀ ਸਾਹਿਬ ਤੁਸੀਂ ਪਤਾ ਕਰਕੇ ਦੱਸ ਦਿਓ, ਠੀਕ ਹੈ, ਕਿਉਂਕਿ ਮੈਨੂੰ ਪਤਾ ਵੀ ਦੀਵੇ ਥੱਲੇ ਤੁਹਾਡੇ ਨੇ ਰਹੀ ਆ। ਤੁਹਾਨੂੰ ਉਹੀ ਪੜ੍ਹਨਾ ਹੁੰਦਾ ਜੋ ਲਿਫਾਫੇ 'ਚ ਲਿਖ ਕੇ ਆ ਗਿਆ, ਤੁਹਾਨੂੰ ਉਹੀ ਦੀਦਾ ਆ, ਜੋ ਸਾਹਮਣੇ ਸਕਰੀਨ ਦੇ ਉੱਤੇ ਦਿਸ ਗਿਆ। ਤੁਸੀਂ ਉਹੀ ਤੋਤੇ ਵਾਂਗੂ ਬੋਲਣਾ ਜੋ ਚਿੱਠੀ 'ਚ ਲਿਖ ਕੇ ਦੇਤਾ। ਹੁਣ ਮੈਂ ਤਾਂ ਬੋਲ ਰਿਹਾ ਆ, 2 ਸਾਲ ਬਾਅਦ, 2 ਸਾਲ ਕਹਿ ਰਿਹਾ, 2 ਮਹੀਨੇ ਬਾਅਦ ਤੁਸੀਂ ਸੇਵਾ ਮੁਕਤ ਇੱਥੋਂ ਹੋ ਜਾਣਾ ਆ, ਠੀਕ ਹੈ। ਜੇ ਸੇਵਾ ਮੁਕਤ ਹੋਣ ਤੋਂ ਪਹਿਲਾਂ ਇੱਕ ਕੰਮ ਹੀ ਕਰ ਜਿਓ, ਰਿਟਾਇਰਮੈਂਟ ਦੀ ਘੱਟੋ ਘੱਟ ਤਰੀਕ ਤੈਅ ਕਰ ਜਿਓ, ਉਮਰ ਤੈਅ ਕਰ ਜਿਓ। ਸੌਰੀ, 58 ਸਾਲ ਸੀ ਨਾ ਪਹਿਲਾਂ ਐਸਜੀਪੀਸੀ ਦੀ, ਐਸਜੀਪੀਸੀ ਨੇ ਤਾਂ 60 ਵੀ ਨਹੀਂ ਸੀ ਕੀਤੀ। ਫਿਰ ਆ ਜਿਹੜੇ ਫਤਿਹਗੜ੍ਹ ਸਾਹਿਬ 33 ਸਾਲਾਂ ਤੋਂ ਬੂਝੜ ਉੱਥੇ ਬੈਠੇ ਆ, ਪ੍ਰਧਾਨ ਮੈਂ ਕੀ ਬੋਲਦੇ ਆ, ਮੈਨੇਜਰ ਬਣੀ, ਜਿਹੜੇ ਲੁੱਟ ਰਹੇ ਆ। ਹੁਣ ਆਈ ਥਿੰਕ ਫਿਰ ਤੋਂ ਲਾ ਕੇ ਆਏ ਨੇ ਕਿਉਂ ਤੁਹਾਡੇ ਕੱਲ ਰਘਵੀਰ ਜੀ ਮੈਨੇਜਰ, ਉਹ ਉੱਥੇ ਦਾ ਹੀ ਆ ਪੁਰਾਣਾ। ਅੱਖਾਂ 'ਚ ਘੱਟਾ ਕਿਹਦੇ ਪਾਉਂਦੇ ਹੋ ਤੁਸੀਂ? ਜਿਹੜੇ ਕਾਮਿਆਂ ਨੂੰ ਪੱਕਾ ਕਰਨਾ ਉਹਨਾਂ ਨੂੰ ਕਰਨਾ ਨਹੀਂ, ਜਿਹੜੇ ਜਿੱਥੇ ਜਿਹਨੇ ਚੜਾਵਾ ਚੜਾਤਾ ਫਿਰ ਉਹਨਾਂ ਨੂੰ ਪੱਕਾ ਕਰਨਾ। ਖੈਰ, ਉਸ ਤੋਂ ਬਾਅਦ ਆ ਜਿਹੜੀ ਪੰਪ ਵਾਲੀ ਹੈਗੀ ਹੈ, ਇਹ ਤਾਂ ਮੈਨੂੰ ਪਲੀਜ਼ ਦੱਸਣਾ ਵੀ ਜ਼ਮੀਨ ਬਦਲੇ ਜ਼ਮੀਨ ਲਿੱਤੀ, ਤਾਂ ਫਿਰ ਉਸ ਤੋਂ ਬਾਅਦ ਮਤਲਬ ਪੈਸੇ ਕਿੰਨੇ ਲਿੱਤੇ। ਇਹ ਤੁਹਾਨੂੰ ਦੱਸਦੀ ਹਾਂ, ਮੈਨੇਜਰ ਜਿਹੜਾ ਗੁਰਪ੍ਰੀਤ ਮੱਲੇ ਵਾਲਾ ਹੈਗਾ, ਇਹਦੀ ਇੱਥੋਂ ਕਈ ਵਾਰ ਬਦਲੀ ਹੋਈ ਹੈ, ਪਰ ਇਹ ਇੱਥੋਂ ਜਾਂਦਾ ਹੀ ਨਹੀਂ। ਹੁਣ ਵੀ ਐਸਜੀਪੀਸੀ ਵੱਲੋਂ ਨੋਟੀਫਿਕੇਸ਼ਨ ਆਈ ਹੋਈ ਹੈ ਇਹਦੀ ਬਦਲੀ ਦੀ, ਪਰ ਇਹ ਜਾਣ ਨੂੰ ਤਿਆਰ ਹੀ ਨਹੀਂ ਹੈਗਾ। ਤੇ ਇਹਦੀ ਜਿਹੜੀ ਬਦਲੀ ਇਸ ਵਾਰ ਹੋਈ ਹੈ, ਉਹ ਹੋਈ ਹੈ ਜੀ ਰਾਣਵਾ, ਠੀਕ ਹੈ ਜੀ, ਰਾਣਵਾ ਦੀ ਬਦਲੀ ਹੋਈ ਹੈ। ਤੇ ਰਾਣਵਾ ਇਹਨੇ ਜਾਣਾ, ਤੇ ਰਾਣਵਾ ਦੇ ਵਿੱਚ ਜਿਹੜਾ ਉੱਥੇ ਮੈਨੇਜਰ ਹੈਗਾ ਆ, ਉਹਦਾ ਨਾਮ ਹੈਗਾ ਆ ਕਰਚਨ ਸਿੰਘ, ਠੀਕ ਹੈ। ਕਰਚਨ ਸਿੰਘ ਨੂੰ ਇੱਥੇ ਭੇਜਿਆ ਗਿਆ ਆ, ਪਰ ਇਹ ਅੜ ਕੇ ਇੱਥੇ ਹੀ ਬੈਠਿਆ ਕਿ ਮੈਂ ਨਹੀਂ ਜਾਣਾ। ਧਾਮੀ ਸਾਹਿਬ, ਨੋਟੀਫਿਕੇਸ਼ਨ ਐਸਜੀਪੀਸੀ ਵੱਲੋਂ ਜਾਰੀ ਹੋਇਆ ਆ, ਚੈੱਕ ਕਰ ਲਿਓ ਮੈਂ ਗਲਤ ਆ ਜਾਂ ਸਹੀ ਆ। ਫਿਰ ਮੈਨੂੰ ਇਹ ਵੀ ਦੱਸ ਦਿਓ ਵੀ ਗੁਰਪ੍ਰੀਤ ਮੱਲੇ ਵਾਲਾ ਜਿਹੜਾ ਹੈਗਾ ਆ ਤੁਹਾਡਾ ਚਹੇਤਾ, ਉਹ ਕਿਉਂ ਕਿਤੇ ਨਹੀਂ ਜਾਂਦਾ? ਉਹ ਕਿਉਂ ਇੱਥੇ ਹੀ ਸੱਪ ਵਾਂਗ ਕੁੰਡਲੀ ਮਾਰ ਕੇ ਬੈਠਿਆ ਤੇ ਆਪਣੇ ਰਿਸ਼ਤੇਦਾਰਾਂ ਨੂੰ ਕਰੋੜਾਂ ਦੀਆਂ ਜ਼ਮੀਨਾਂ ਲੁਟਾਈ ਜਾਂਦਾ, ਤੇ ਉੱਥੇ ਕਰੋੜਾਂ ਦੀਆਂ ਠੱਗੀਆਂ ਲਾਈ ਜਾਂਦਾ, ਪਰ ਫਿਰ ਵੀ ਅਸੀਂ ਆਰਾਮ ਨਾਲ ਬੈਠੇ ਹੋਏ ਆ। ਖੈਰ, ਹੁਣ ਆਜੋ ਜੀ ਆਪਣੇ ਕਾਮਿਆਂ ਤੇ। ਤੁਸੀਂ ਕਹਿੰਦੇ ਹੋ ਨਾ ਤੁਸੀਂ ਆਪਣੇ ਕਾਮਿਆਂ ਦਾ ਬੜਾ ਧਿਆਨ ਰੱਖਦੇ ਹੋ। ਗੁਰਨਾਮ ਸਿੰਘ ਨੇ ਆਪਣੀ ਇੰਟਰਵਿਊ ਦੇ ਵਿੱਚ ਕਿਹਾ ਸੀ ਨਾ, ਜਦੋਂ ਮੈਂ ਪੁੱਛਿਆ ਵੀ ਸੀ ਕਿ ਕਿਹੜੇ ਇੰਪਲੋਈਜ਼ ਦਾ ਤੁਹਾਡੇ ਦਾ ਮੈਡੀਕਲ ਹੋਇਆ ਹੈ, ਤੇ ਕਿੰਨਿਆਂ ਨੂੰ ਤੁਸੀਂ ਮੈਡੀਕਲ ਕਵਰ ਦਿੰਦੇ ਹੋ, ਕੀ ਫੈਸਿਲਿਟੀਜ਼ ਦਿੰਦੇ ਹੋ, ਜੱਗ ਜ਼ਾਹਿਰ ਕਰੋ। ਅੱਜ ਸੰਗਤ ਜੀ ਇਹਨਾਂ ਨੂੰ ਦੱਸਦਾ, ਇਹ ਕਹਿੰਦੇ ਬੜਾ ਹਿੱਕ ਠੋਕੇ ਕਹਿੰਦੇ ਅਸੀਂ ਆਪਣੇ ਕਾਮਿਆਂ ਦਾ ਬੜਾ ਧਿਆਨ ਰੱਖਦੇ ਹਾਂ। ਪਹਿਲਾਂ ਤਾਂ ਮੈਨੂੰ ਇਹ ਦੱਸੋ
ਵੀ ਜਿਹੜੇ ਤੁਹਾਡੇ ਕੋਲ ਕੰਮ ਕਰਦੇ ਲਗਾਤਾਰ 3 ਸਾਲ ਬਾਅਦ ਪੱਕਾ ਕਰਨਾ, ਉਹਨੂੰ 5 ਸਾਲ ਬਾਅਦ ਕਰਨਾ, 7 ਸਾਲ ਬਾਅਦ ਕਰਨਾ, ਇਹਦਾ ਕੋਈ ਪ੍ਰਾਵਧਾਨ ਹੈਗਾ ਆ ਕਿ ਨਹੀਂ ਹੈਗਾ? ਉਹ ਚੀਜ਼ ਤੁਸੀਂ ਦੱਸਿਓ ਜ਼ਰਾ। ਤੇ ਜਿਹੜੇ ਕੰਮ ਤੁਹਾਡੇ ਕੋਲ ਕੰਮ ਕਰਦੇ ਆ ਉਹਨਾਂ ਨੂੰ ਤੁਸੀਂ ਤਨਖਾਹ ਕਿੰਨੀ ਦਿੰਦੇ ਆ? ਮੈਂ ਤਾਂ ਸੰਗਤ ਜੀ ਹੈਰਾਨ ਆ ਵੀ ਕੁਝ ਕੰਮ ਉੱਥੇ ਅਜਿਹੇ ਨੇ ਜਿਹਨਾਂ ਦੀ ਤਨਖਾਹ ਮਹੀਨੇ ਦੀ ਸਿਰਫ 2500 ਆ। ਮੈਂ ਕਹਿੰਦਾ ਸੀਗਾ ਨਾ ਕਿ 40000 ਤੱਕ ਜਿਹੜੇ ਹੈਗੇ ਨੇ ਬੰਦੇ ਉਹਨਾਂ ਨੂੰ ਛੱਡੋ, ਤੁਸੀਂ ਉਹ ਤੋਂ ਜਿਹੜੇ ਉੱਤੇ ਤਨਖਾਹਾਂ ਨੇ ਉਹ ਤੋਂ। ਮੈਨੂੰ ਤਾਂ ਹੁਣ ਪਤਾ ਲੱਗਿਆ ਤਨਖਾਹਾਂ 2500 ਵੀ ਨੇ, 4-5000 ਵੀ ਆ, 7000 ਵੀ ਆ, ਕੋਈ ਆ, ਮਤਲਬ ਵਿਰਲੇ ਨੇ ਇਹਨਾਂ ਦੀਆਂ 10-15000 ਤੋਂ ਉੱਤੇ ਤਨਖਾਹਾਂ ਨੇ। ਜ਼ਿਆਦਾਤਰ ਕੰਮ ਜਿਹੜੇ ਨੇ ਇਹਨਾਂ ਨੇ ਗਰੀਬ ਪੜਤਾੜ ਕੇ ਉੱਥੇ ਰੱਖੇ ਹੋਏ ਨੇ ਤੇ ਉਹ ਪੱਕੇ ਵੀ ਨਹੀਂ ਕਰਦੇ, ਉਹਨਾਂ ਨੂੰ ਕੱਚਿਆਂ ਦੇ ਵਿੱਚ ਹੀ ਲਟਕਾਏ ਹੋਏ ਨੇ। ਪਤਾ ਨਹੀਂ ਕਿੱਦਾਂ, ਮਤਲਬ 2,500-3,000 ਦੇ ਵਿੱਚ ਕਿਸੇ ਦੇ ਘਰ ਦਾ ਗੁਜ਼ਾਰਾ ਕੀ ਹੁੰਦਾ ਹੋਊਗਾ ਰੱਬ ਜਾਣੇ, ਪਰ ਇਹਨਾਂ ਨੇ ਉਹ ਡੰਡੇ ਦਾ ਜ਼ੋਰ ਚਲਾਇਆ ਹੋਇਆ ਆ। ਖੈਰ ਇਹ ਮਤਲਬ ਆਪਣੇ ਕਾਮਿਆਂ ਦੇ ਨਾਲ ਇੱਕ ਮਤਲਬ ਇਹਨਾਂ ਦਾ ਹੀ ਕੰਮ ਸੀਗਾ। 12 ਸਾਲ ਉਹਨੇ SGPC ਦੇ ਵਿੱਚ ਨੌਕਰੀ ਕੀਤੀ, 12 ਸਾਲ। ਪਰ ਇਹ ਉਹਨੂੰ ਕਿੱਦਾਂ ਪੱਕਾ ਕਰਦੇ? ਉਹਦੇ ਕੋਲ ਪੈਸਾ ਨਹੀਂ ਸੀ, ਚੜਾਵਾ ਨਹੀਂ ਸੀ ਇਹਨਾਂ ਨੂੰ ਚੜਾਉਣ ਵਾਸਤੇ, ਤਾਂ ਇਹਨਾਂ ਨੇ ਪੱਕਿਆਂ ਦੇ ਵਿੱਚ ਨਹੀਂ ਦਿੱਤਾ। ਫਿਰ ਸੰਗਤ ਜੀ ਉਹਨੂੰ ਔਨ ਡਿਊਟੀ ਅਟੈਕ ਹੋ ਜਾਂਦਾ ਹੈ। ਔਨ ਡਿਊਟੀ ਅਟੈਕ ਹੋ ਜਾਂਦਾ ਤੇ ਉਸ ਤੋਂ ਬਾਅਦ ਇਹ ਕੀ ਕਰਦੇ ਨੇ, ਤੁਸੀਂ ਆਪ ਉਸ ਦੇ ਪੁੱਤ ਦੀ ਜ਼ੁਬਾਨੀ ਸੁਣੋ। ਨੇ ਕਿੰਨਾ ਚਿਰ SGPC 'ਚ ਨੌਕਰੀ ਕੀਤੀ ਤੇ ਜਦੋਂ ਉਹਨਾਂ ਨੂੰ ਔਨ ਡਿਊਟੀ ਅਟੈਕ ਆ ਜਾਂਦਾ ਤੇ ਉਸ ਤੋਂ ਬਾਅਦ SGPC ਨੇ ਕਿੱਦਾਂ ਤੁਹਾਨੂੰ ਧੱਕੇ ਮਾਰੇ? ਸਰ ਮੇਰਾ ਨਾਮ ਸੰਦੀਪ ਸਿੰਘ ਹੈ, ਪਿੰਡ ਕੋਲੀ ਥਾਪਣਾ, ਜ਼ਿਲ੍ਹਾ ਗੁਰਦਾਸਪੁਰ, ਤਹਿਸੀਲ ਬਟਾਲਾ ਦਾ ਮੈਂ ਰਹਿਣ ਵਾਲਾ ਹਾਂ। ਮੇਰੇ ਨਾ ਪਿਤਾ ਜੀ ਨੇ ਸਰ ਆਪਣੇ ਡੇਰਾ ਬਾਬਾ ਨਾਨਕ ਦਰਬਾਰ ਸਾਹਿਬ ਵਿੱਚ 11-12 ਸਾਲ ਸਰਵਿਸ ਕੀਤੀ ਆ ਤੇ ਉਹਨਾਂ ਨੂੰ ਡਿਊਟੀ ਦੌਰਾਨ ਅਟੈਕ ਹੋਇਆ ਸੀ ਜੀ ਆਪਣਾ। ਹਾਂਜੀ, ਤੇ ਉਹਨਾਂ ਦੀ ਬਾਅਦ ਵਿੱਚ ਉਹਨਾਂ ਨੂੰ ਤੇ 12 ਸਾਲ ਸਰਵਿਸ ਕਰਨ ਤੋਂ ਪਹਿਲਾਂ ਤੇ ਕੋਈ ਪੱਕਾ ਨਹੀਂ ਕੀਤਾ ਗਿਆ ਇਹਨਾਂ ਨੂੰ ਜੀ। ਮੈਂ ਉਹਨਾਂ ਨੇ ਬਾਰ-ਬਾਰ ਰਿਕੁਐਸਟ ਕੀਤੀ ਮੈਨੂੰ ਪੱਕਾ ਕਰੋ। ਤਾਂ ਇਹ ਹੈ ਕਿ ਆਪਣਾ ਨਹੀਂ, ਜਦੋਂ ਅਟੈਕ ਹੁੰਦਾ ਹੈ ਮੈਡੀਕਲ ਕਹਿੰਦੇ ਨੇ ਕਿ ਅਸੀਂ ਸਾਰਿਆਂ ਨੂੰ ਮੈਡੀਕਲ ਕਲੇਮ ਦਿੱਤਾ ਹੋਇਆ ਆ, ਸਾਰੇ ਨੂੰ ਮੈਡੀਕਲ ਫੈਸਿਲਿਟੀ ਦਿੱਤੀ ਆ, ਬੀਮੇ ਕਰਾਏ ਹੋਏ ਨੇ ਇਹਨਾਂ ਨੇ, ਤੇ ਜਾਂ ਫਿਰ ਜਦੋਂ ਸੇਵਾ ਮੁਕਤ ਵੀ ਹੁੰਦੇ ਨੇ ਉਦੋਂ ਵੀ ਇਹ ਪੈਸਾ ਦਿੰਦੇ ਨੇ। ਖੈਰ ਤੁਹਾਡੇ ਪਿਤਾ ਜੀ ਤਾਂ ਕੱਚਿਆਂ 'ਚ ਸੀਗੇ, ਪਰ ਫਿਰ ਵੀ ਮੈਡੀਕਲ ਦਾ ਕੋਈ ਇਹਨਾਂ ਨੇ ਮਦਦ ਕੀਤੀ ਹੈ ਸਾਨੂੰ? ਸਰ ਕੋਈ ਮੈਡੀਕਲ ਦੀ ਮਦਦ ਨਹੀਂ ਸਰ ਇਹਨਾਂ ਵੱਲੋਂ ਕਰਵਾਈ ਗਈ ਸਰ। ਉਹ ਆਪਣੇ ਸਾਰੇ ਪੈਸੇ ਸਾਡੀ ਜੇਬ 'ਚੋਂ ਲੱਗੇ ਨੇ ਉਹ ਜਿਹੜੇ ਆਪਾਂ ਲਵਾਏ। ਇਹਨਾਂ ਵੱਲੋਂ ਕੋਈ ਸਾਨੂੰ 1 ਰੁਪਏ ਦੀ ਸਹੂਲਤ ਨਹੀਂ ਦਿੱਤੀ ਗਈ। ਓਕੇ, ਹਾਂਜੀ। ਤੇ ਬਾਕੀ ਸਰ ਇਹਨਾਂ ਨੂੰ ਬੜੀ ਰਿਕੁਐਸਟ ਕੀਤੀ ਕਿ ਸਾਨੂੰ ਪੱਕਾ ਕੀਤਾ ਜਾਵੇ, ਪਰ ਉਹ ਕੋਈ ਪੱਕਾ ਵੀ ਨਹੀਂ ਕੀਤਾ ਗਿਆ। ਲੋਕੀ 1-2 ਸਾਲ ਵਿੱਚ ਹੁਣ ਪੱਕੇ ਕਰ ਦਿੰਦੇ, ਪਰ ਇਹਨਾਂ ਨੇ 12 ਸਾਲ ਸਰਵਿਸ ਕੀਤੀ ਤੇ ਕੋਈ ਇਹਨਾਂ ਨੂੰ ਪੱਕੇ ਨਹੀਂ ਕੀਤਾ ਗਿਆ। ਤੇ ਮਤਲਬ 1-2 ਸਾਲ 'ਚ ਇਹ ਸਿਰਫ ਉਹਨਾਂ ਨੂੰ ਪੱਕਾ ਕਰਦੇ ਨੇ ਜਿਹੜੇ ਚੜਾਵਾ ਚੜਾਉਂਦੇ ਹੋਣ। ਠੀਕ ਹੈ, ਗੁਰਨਾਮ ਵਰਗੇ ਜਾਂ ਉਹਦਾ ਜਿਹੜਾ LA ਹੈਗਾ ਆ ਉਹ ਵਰਗੇ ਜਿਹੜਾ ਤਬਾਦਲੇ ਪੈਸੇ ਲੈ ਵੀ ਇਹਨਾਂ ਨਹੀਂ ਕਰਦੇ। ਉਹ ਉੱਦਾਂ ਹੀ ਜਿਹਨਾਂ ਨੇ ਪੱਕੇ ਕਰਵਾਉਣੇ ਆ ਕਿਸੇ ਨਾ ਕਿਸੇ ਮੈਨੇਜਰ ਕੋਲ ਜਾ ਕੇ ਤੁਹਾਨੂੰ ਮੱਥਾ ਟੇਕਣਾ ਪੈਣਾ, ਕਿਸੇ ਨਾ ਕਿਸੇ ਮੀਤ ਪ੍ਰਧਾਨ ਕੋਲ ਤੁਹਾਨੂੰ ਜਾਣਾ ਪੈਣਾ, ਤਾਂ ਤੁਹਾਡੇ ਕੋਲ ਚੜਾਵਾ ਚੜੂਗਾ। ਠੀਕ ਹੈ, ਜਾਂ SGPC ਕਿਸੇ ਮੈਂਬਰ ਤੋਂ ਤੁਹਾਨੂੰ ਚੈੱਕ ਲਵਾਉਣਾ ਪੈਣਾ, ਉਹ ਫਿਰ ਮੋਟਾ ਮੂੰਹ ਫਾੜੂਗਾ, ਉੱਥੇ ਚੜਾਵਾ ਚੜਾ। ਮਤਲਬ ਬਿਨਾਂ ਚੜਾਵੇ ਤੇ ਤੁਸੀਂ ਇੰਟਰ ਕਰ ਹੀ ਨਹੀਂ ਸਕਦੇ। ਮਤਲਬ ਉਹਦਾ ਪ੍ਰਤੱਖ ਪ੍ਰਮਾਣ ਹੈ। ਚਾਹੇ ਕੱਚਾ ਵੀ ਅਧਿਕਾਰੀ ਸੀਗਾ, 12 ਸਾਲ ਜਿਹਨੇ ਗੁਰੂ ਰਾਮਦਾਸ ਦੇ ਦਰ ਦੇ ਉੱਤੇ ਲਾਏ ਹੋਣ, 12 ਸਾਲ ਜਿਹਨੇ ਕੰਮ ਕੀਤਾ ਹੋਵੇ, ਅਗਰ ਔਨ ਡਿਊਟੀ ਮਤਲਬ ਪ੍ਰਾਈਵੇਟ ਕੰਪਨੀਆਂ ਦਾ ਵੀ ਪ੍ਰਾਈਵੇਟ ਦੁਕਾਨ ਦੇ ਉੱਤੇ ਕੋਈ ਬੰਦਾ ਕਿਉਂ ਨਾ ਲੱਗਿਆ ਹੋਵੇ, ਪ੍ਰਾਈਵੇਟ ਦੁਕਾਨ ਤੇ ਵੀ ਕਿਸੇ ਨੂੰ ਔਨ ਡਿਊਟੀ ਅਟੈਕ ਆ ਜਾਵੇ ਨਾ, ਤਾਂ ਉਹ ਦੁਕਾਨਦਾਰ ਵੀ ਜਾ ਕੇ ਇਲਾਜ ਸਾਰਾ ਕਰਵਾਉਂਦਾ ਕਿ ਮੇਰੀ ਦੁਕਾਨ ਤੇ ਇਹਨੂੰ ਅਟੈਕ ਆਇਆ। ਇਹਨਾਂ ਦੇ ਗੁਰੂ ਘਰ ਦੇ ਵਿੱਚ ਔਨ ਡਿਊਟੀ ਇਸ ਬੰਦੇ ਨੂੰ ਅਟੈਕ ਆਉਂਦਾ ਤੇ ਇਹ ਮਤਲਬ ਕਹਿੰਦੇ ਨੇ ਟੱਬਰ ਨੂੰ ਕਿ ਚੱਕ ਕੇ ਲੈ ਜਾਓ ਭਾਈ, ਸਾਡੇ ਤੋਂ ਨਹੀਂ ਸੰਭਲਦਾ। ਇਹ ਨੇ ਸਾਡੇ। ਫਿਰ ਕਹਿੰਦੇ ਨੇ ਅਸੀਂ ਜੀ ਮਤਲਬ ਲੋਕ ਭਲਾਈ ਵਾਸਤੇ ਬੈਠੇ ਆ, ਸਰਬੱਤ ਦਾ ਭਲਾ ਮੰਗਦੇ ਹੋ। ਸਵਾਹ ਸੱਤਾ ਚੁਣੇ ਤੁਸੀਂ ਸਰਬੱਤ ਦਾ ਭਲਾ ਮੰਗਦੇ ਹੋਗੇ ਅਰਦਾਸ ਦੇ ਵਿੱਚ। ਜਿਹੜੇ ਤੁਸੀਂ ਆਪਣੇ ਕਾਮਿਆਂ ਦਾ ਭਲਾ ਨਹੀਂ ਮੰਗ ਸਕਦੇ, ਉਹਨਾਂ ਦਾ ਤੁਸੀਂ ਜੀਣਾ ਹਰਾਮ ਕੀਤਾ ਆ। ਮੈਂ ਬਹੁਤ ਵਾਰ ਦਫ਼ਤਰ ਗਿਆ, ਇਹਨਾਂ ਦੇ ਜਾ ਕੇ ਰਿਕੁਐਸਟਾਂ ਕੀਤੀਆਂ ਕਿ ਮੈਨੂੰ ਇਹਨਾਂ ਦੀ ਜਗ੍ਹਾ ਤੇ ਨੌਕਰੀ ਦਿੱਤੀ ਜਾਏ, ਤੇ ਉਹ ਆਂਦੇ ਕੱਚੇ, ਇਸ ਕਰਕੇ ਸਾਡਾ ਫਾਈਲ ਰਿਜੈਕਟ ਕਰ ਦਿੰਦੇ ਸੀ ਸਰ। ਮੈਂ ਬਹੁਤ ਦਫਾ ਗਿਆ ਇੱਥੇ ਆਪਣਾ ਸਮੁੰਦਰੀ ਹਾਲ ਦੇ ਵਿੱਚ। ਤੇਜਾ ਸਿੰਘ ਕੋਈ ਸਮੁੰਦਰੀ ਗੱਲ ਨਹੀਂ, ਕੋਈ ਬੰਦੇ ਜਿਹਨਾਂ ਦੇ ਨਾਲ ਸਾਹਮਣੇ ਗੱਲ ਹੁੰਦੀ ਹੋਵੇ ਜਾਂ ਕਿਸੇ ਜਥੇਦਾਰ ਨੂੰ ਜਾਂ ਕਿਸੇ ਪ੍ਰਧਾਨ ਨੂੰ ਮਿਲੇ ਹੋਵੇ ਤੁਸੀਂ ਮੌਜੂਦਾ ਹੋ? ਸਰ ਮੈਂ 2 ਵਾਰ ਪ੍ਰਤਾਪ ਸਿੰਘ ਨੂੰ ਮਿਲਿਆ ਜਿਹੜੇ ਆਪਣੇ ਸਕੱਤਰ ਨੇ। ਓਕੇ, ਤੇ ਉਹਨਾਂ ਮੈਨੂੰ ਇਹ ਗੱਲ ਕਹਿਤੀ ਕਿ ਏਦਾਂ ਨੌਕਰੀ ਨਹੀਂ ਬਣਦੀ ਹੈਗੀ। ਬਸ ਇਹ ਗੱਲ ਕਹਿ ਕੇ ਟਾਲ ਦਿੰਦੇ ਰਹੇ, ਬਾਕੀ ਕੋਈ ਸੁਣਵਾਈ ਨਹੀਂ ਹੋਈ ਉੱਥੇ ਸਾਡੀ। ਤੇ ਮੈਂ ਇੱਕ ਵਾਰੀ ਪ੍ਰਧਾਨ ਸਾਹਿਬ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਤੇ ਉਹ ਆਂਦੇ ਕਿ ਤੂੰ ਪ੍ਰਧਾਨ ਸਾਹਿਬ ਨੂੰ ਏਦਾਂ ਸਿੱਧਾ ਕਿੱਦਾਂ ਮਿਲ ਲੇਂਗਾ। ਇਹ ਮੈਨੂੰ ਕਿਹਾ ਕਿ ਉੱਥੋਂ ਨਕਾਰਿਆ ਗਿਆ। ਉਹਨੂੰ ਕਹਿਣਾ ਸੀਗਾ ਵੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ, ਜਿਹੜੀ ਅੱਡੀਆਂ ਚੱਕ ਕੇ ਕਹਿੰਦੇ ਹੋ ਕਿ ਪੰਥ ਦੀ ਚੁਣੀ ਹੋਈ ਸੰਸਥਾ ਦੇ ਪ੍ਰਧਾਨ ਨੇ, ਪੰਥ ਨੇ ਚੁਣਿਆ ਇਹਨਾਂ ਨੂੰ। ਮਤਲਬ ਧਾਮੀ ਸਾਹਿਬ ਨੂੰ ਇਹਨੇ ਮਿਲਣ ਵਾਸਤੇ ਅਪਰੋਚ ਕੀਤੀ ਤੇ ਬੰਦੇ ਕਹਿੰਦੇ ਵੀ ਤੇਰੀ ਔਕਾਤ ਕੀ ਆ, ਹਰ ਕਿਸੇ ਨੂੰ ਜਣੇ ਕਣੇ ਨੂੰ ਪ੍ਰਧਾਨ ਸਾਹਿਬ ਨਹੀਂ ਮਿਲਦੇ। ਹੁਣ ਮੈਨੂੰ ਇਹ ਦੱਸੋ ਧਾਮੀ ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਨਾ ਸਿੱਖ ਕੌਮ ਦੇ ਨੁਮਾਇੰਦੇ ਬਣਦੇ ਹੋ ਬਹੁਤ ਵੱਡੇ, ਤੇ ਤੁਹਾਨੂੰ ਮਿਲਣ ਵਾਸਤੇ ਵੀ ਅਪਾਇੰਟਮੈਂਟਾਂ ਲੈਣੀਆਂ ਪੈਣਗੀਆਂ। ਕੋਈ ਬੰਦਾ ਸਾਹਮਣੇ ਘੱਟੋ ਘੱਟ ਉਹਨਾਂ ਨੂੰ ਅਕਲ ਤਾਂ ਸਿਖਾ ਦਿਓ। ਜਿਹੜੇ ਬੰਦੇ ਆ ਚਲੋ ਬਿਜ਼ੀ ਹੋ, ਮੰਨ ਲਿਆ ਬਿਜ਼ੀ ਹੋ,
ਇੱਕ ਦਿਨ ਤਾਂ ਘੱਟੋ ਘੱਟ ਰੱਖੋ ਕਿ ਆਮ ਲੋਕ ਆ ਕੇ ਤੁਹਾਨੂੰ ਮਿਲ ਸਕਣ, ਤੁਹਾਡੇ ਨਾਲ ਗੱਲ ਕਰ ਸਕਣ, ਵਾਰਤਾਲਾਪ ਕਰ ਸਕਣ। ਪਰ ਨਾ, ਪਿੱਛੇ ਹੀ ਆਰਡਰ ਨਹੀਂ ਹੈਗੇ। ਕਿੱਥੋਂ ਆਰਡਰ ਹੋਣਗੇ ਪਿੱਛੇ? ਮੈਨੂੰ ਕਿਸੇ ਨੇ ਦੱਸਿਆ ਸੀ, ਕਹਿੰਦੇ ਵੀ ਇੱਕ ਵਾਰ ਮੱਕੜ ਦੇ ਸਮੇਂ ਮੱਕੜ ਬਿਨਾਂ ਦੱਸੇ ਬਾਦਲ ਸਾਹਿਬ ਨੂੰ ਕਿਤੇ ਨਿਕਲ ਗਿਆ ਤੇ ਨਾਲ ਦੀ ਨਾਲ ਫੋਨ ਆ ਗਿਆ ਮੱਕੜ ਸਾਹਿਬ ਨੂੰ ਕਿ ਹਾਂ ਕਾਕਾ ਕਿੱਧਰ ਨੂੰ ਤੁਰੇ ਆਏ ਆ। ਤੇ ਕਹਿੰਦੇ ਜੀ ਮੈਂ ਆਪਣਾ ਕੋਈ ਪਰਸਨਲ ਕੰਮ ਇੱਧਰਲੇ ਪਾਸੇ ਆਇਆ ਸੀ। ਕਹਿੰਦੇ ਨਾ, ਕਿਤੇ ਪਰਸਨਲ ਕੰਮ ਨਹੀਂ ਜਾਣਾ ਜਦੋਂ ਤੱਕ ਅਸੀਂ ਨਹੀਂ ਕਹਿੰਦੇ ਚੱਲ ਵਾਪਸ। ਠੀਕ ਹੈ, ਇਹਨਾਂ ਦੇ ਉੱਤੇ ਪੂਰੀ ਮਤਲਬ ਅੱਖ ਪੂਰੀ ਰਹਿੰਦੀ ਆ ਪ੍ਰਧਾਨਾਂ ਤੇ ਜਥੇਦਾਰਾਂ ਤੇ, ਕਿੱਧਰ ਆ ਰਹੇ ਕਿੱਧਰ ਜਾ ਰਹੇ ਨੇ। ਠੀਕ ਹੈ, ਟਰੈਕਿੰਗ ਲਾਈ ਹੁੰਦੀ ਹੈ ਪੂਰੀ, GPS ਪੂਰਾ ਇਹਨਾਂ ਦੀਆਂ ਗੱਡੀਆਂ ਦੇ ਵਿੱਚ ਫਿੱਟ ਹੈ। ਸਾਰੀ ਦੇਖਿਆ ਜਾਂਦਾ ਕੌਣ ਕਿੱਥੇ ਆਇਆ ਤੇ ਕੌਣ ਕਿੱਥੇ ਗਿਆ। ਤਾਂ ਹੀ ਤਾਂ ਇਹਨਾਂ ਦੀ ਹਿੰਮਤ ਨਹੀਂ ਪੈਂਦੀ। ਇਹਨਾਂ ਦਾ ਤਾਂ ਛੱਡੋ, ਹੁਣ ਅੱਗੇ ਸੁਣਦੇ ਹਾਂ। ਤੇ ਪੰਥ ਦਾ ਇੱਕ ਨੁਮਾਇੰਦਾ ਮਿਲਣਾ ਚਾਹੁੰਦਾ ਆ ਤੇ ਉਹ ਕੋਈ ਐਡਾ VIP ਨਹੀਂ ਹੈ। ਹਾਂਜੀ ਸਰ, ਮੈਂ ਇਹ ਗੱਲ ਕਹੀ, ਮੈਂ ਕਿ ਉਹ ਕਿਹੜਾ ਆਪਣਾ PM ਮੋਦੀ ਨੂੰ ਮਿਲ ਰਹੇ ਕਿ ਆਪਣਾ ਮਿਲਣਾ ਔਖਾ ਹੈ, ਸਾਨੂੰ ਇੱਕ ਵਾਰੀ ਮਿਲਾ ਦਿਓ। ਪਰ ਉਹਨਾਂ ਦੇ ਸੇਵਾਦਾਰਾਂ ਨੇ ਇਹ ਕਿਹਾ ਕਿ ਮਿਲਾ ਦਿਓ। ਤਾਂ ਤੂੰ ਕਿੰਨਾ ਗੱਲ ਕਰ ਰਿਹਾ ਪ੍ਰਧਾਨ ਸਾਹਿਬ, ਏਦਾਂ ਜਣੇ ਖੜੇ ਨੂੰ ਨਹੀਂ ਮਿਲ ਸਕਦੀ। ਅੱਛਾ, ਉਹਨੇ ਹੈ ਕਿ ਜਣੇ ਖਣੇ ਨੂੰ ਨਹੀਂ ਮਿਲਦੇ? ਹਾਂਜੀ ਸਰ, ਇਹ ਕਹਿ ਕੇ ਮੈਨੂੰ ਉੱਥੇ ਕੋਈ ਗੱਲ ਨਹੀਂ, ਪ੍ਰਧਾਨੀਆਂ ਤੇ ਰਹਿਣ ਦਿਓ। ਠੀਕ ਹੈ ਨਾ, ਇਹ ਜਣੇ ਖਣੇ ਹੀ ਪ੍ਰਧਾਨ ਐਕਚੁਅਲੀ ਬਣੇ ਹੋਏ ਨੇ, ਤਾਂ ਬੇੜਾ ਕਰਕੇ ਆਇਆ। ਕੋਈ ਗੱਲ ਨਹੀਂ, ਬਹੁਤ ਚੜ੍ਹਦੀ ਕਲਾ, ਜੋ ਹੋਊਗਾ ਚੰਗਾ ਹੋਏਗਾ। ਠੀਕ ਹੈ। ਹਾਂਜੀ ਸਰ, ਮੇਰੇ ਹੁਣ ਵੀ ਪਿਤਾ ਜੀ ਬੈੱਡ ਤੇ ਨੇ, ਉਹਨਾਂ ਨੂੰ ਗੁੱਡੇ ਡੈਮੇਜ ਹੋ ਚੁੱਕੇ, ਅਜੇ ਵੀ ਬੈੱਡ ਤੇ ਆ ਉਹ, ਮਤਲਬ ਹੁਣ ਘਰ। ਅੱਛਾ, ਹੁਣ ਤੱਕ ਵੀ ਉਹਨਾਂ ਦਾ ਇਲਾਜ ਚੱਲ ਰਿਹਾ ਹੈ? ਹਾਂਜੀ ਹੁਣ ਤੱਕ ਮਤਲਬ ਉਹ ਸਿੰਘ ਅਜੇ ਵੀ ਡੈਥ ਬੈੱਡ ਤੇ ਪਿਆ ਹੋਇਆ ਆ, ਗੁਰਦੇ ਦੋਨੋਂ ਉਹਦੇ ਫੇਲ ਹੋ ਗਏ ਆ, ਪਰ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਕਿਉਂ? ਕਿਉਂਕਿ ਚੋਰੂ ਚੱਕਾ ਚੌਧਰੀ ਤੇ ਗੁੰਡੀ ਰਨ ਪ੍ਰਧਾਨ, ਇਹਨਾਂ ਨੂੰ ਕੀ ਮਤਲਬ ਬਣਦਾ ਹੈ? ਕੋਈ ਲੋੜ ਨਹੀਂ ਸਾਨੂੰ ਕਿਸੇ ਦਾ। ਕੋਈ ਮਰਦਾ ਹੈ ਮਰੀ ਜਾਵੇ, ਸਾਨੂੰ ਕੀ ਮਤਲਬ? ਗੁਰੂ ਘਰ 'ਚ ਸੇਵਾ ਕਰਿਆ ਕਰ ਗਿਆ ਸਹੀ ਤਾਂ, ਸਾਨੂੰ ਕੀ ਮਤਲਬ? ਸਾਡੇ ਹੱਥ ਪੈਰ ਚੱਲ ਰਹੇ ਨੇ, ਅਸੀਂ ਗੋਲਕਾਂ 'ਚੋਂ ਨੋਟ ਲੁੱਟਣ ਵਾਸਤੇ ਹੈਗੇ ਆ, ਅਸੀਂ ਧੀਆਂ ਦੀਆਂ ਪੱਤਾਂ ਲੁੱਟਣ ਜੋਗੇ ਹੈਗੇ ਆ, ਬਹੁਤ ਆ। ਸਾਡੀ ਸਿਹਤ ਹਲੇ ਚੰਗੀ ਹੈ, ਜਦੋਂ ਸਾਡੇ ਲਾਠੀ ਪਊਗੀ ਅਸੀਂ ਦੇਖ ਲਾਂਗੇ। ਇਹੀ ਸੋਚ ਰਹਿ ਗਈ ਹੈ ਮੈਨੂੰ ਲੱਗਦਾ ਇਹਨਾਂ ਦੀ ਹੁਣ, ਇਸ ਤੋਂ ਉੱਤੇ ਦੀ ਸੋਚ ਨਹੀਂ ਰਹੀ। ਚੋਰੀਆਂ, ਠੱਗੀਆਂ, ਲੁੱਟਾਂ ਖੋਹਾਂ ਕਰ ਕਰਕੇ ਕ੍ਰਿਮੀਨਲ ਮਾਈਂਡ ਬਣ ਗਿਆ ਇਹਨਾਂ ਦਾ। ਤੇ ਜਿਹੜੇ ਚੰਗੇ ਭੋਲੇ ਵਿਚਾਰੇ ਥੋੜੇ ਹੈਗੇ ਵੀ ਆ ਜਾਗਦੀਆਂ ਜ਼ਮੀਰਾਂ ਵਾਲੇ, ਉਹ ਵੀ ਡਰਦੇ ਆ ਕਿ ਹੁਣ ਇਹਨਾਂ ਦੇ ਸਾਹਮਣੇ ਮੂੰਹ ਕਿਹੜਾ ਖੋਲੇ, ਸਾਡੇ ਉੱਤੇ ਨਾ ਕਿਤੇ ਤੌਹਮਤਾਂ ਲਾ ਕੇ ਕਿਤੇ ਬਾਹਰ ਕੱਢ ਕੇ। ਕਿ ਮੈਨੂੰ ਬੜਿਆਂ ਦੇ ਫੋਨ ਆਏ ਜਿਨ੍ਹਾਂ ਨੇ ਮੂੰਹ ਕਿਸੇ ਚੰਗੀ ਚੀਜ਼ ਵਾਸਤੇ ਖੋਲਣ ਦੀ ਸੰਗਤ ਜੀ ਮਤਲਬ ਕੋਸ਼ਿਸ਼ ਕੀਤੀ ਇਹਨਾਂ ਦੇ ਸਾਹਮਣੇ, ਉਹਦੇ ਨਾਲ ਦੀ ਨਾਲ ਚੱਕ ਕੇ ਤਬਾਦਲੇ, ਚੱਕ ਕੇ ਇੱਥੇ ਮਾਰੋ, ਚੱਕ ਕੇ ਉੱਥੇ ਮਾਰੋ, ਜਾਂ ਸਿੱਧੀ ਧਮਕੀ ਕਿ ਕਾਕਾ ਜੇ ਇੱਥੇ ਕੰਮ ਕਰਨਾ ਆ ਤੂੰ ਤਾਂ ਸਾਡੇ ਹਿਸਾਬ ਨਾਲ ਕਰੇਗਾ, ਮੂੰਹ ਨਹੀਂ ਖੋਲੇਗਾ। ਚੋਰੀ ਹੁੰਦਾ, ਡਾਕਾ ਪੈਂਦਾ, ਕੁਛ ਵੀ ਹੁੰਦਾ, ਦੇਖੀ ਜਾ। ਠੀਕ ਹੈ, ਤਾਂ ਤੂੰ ਇੱਥੇ ਕੰਮ ਕਰ ਸਕਦਾ ਆ, ਨਹੀਂ ਤਾਂ ਬੋਰੀਆ ਬਿਸਤਰ ਗੋਲ ਕਰ, ਨਹੀਂ ਤਾਂ ਰਿਜ਼ਾਈਨ ਸਾਈਨ ਕਰ ਦੇ। ਨਹੀਂ ਵੀ ਅਗਰ ਕੋਈ ਰਿਜ਼ਾਈਨ ਸਾਈਨ ਕਰਦਾ, ਜੇ ਜਿੱਦ ਦੇ ਵਿੱਚ ਕੋਈ ਕਹਿੰਦਾ ਨਾ ਮੈਂ ਗੁਰੂ ਰਾਮਦਾਸ ਦੇ ਦਰ ਤੇ ਲੱਗਿਆ, ਮੈਂ ਨਹੀਂ ਜਾਂਦਾ, ਮੈਂ ਤਾਂ ਇੱਦਾਂ ਹੀ ਸੱਚਾਈ ਤੇ ਇਮਾਨਦਾਰੀ ਦੇ ਨਾਲ ਕੰਮ ਕਰੂੰਗਾ, ਫਿਰ ਉਸ ਇਨਸਾਨ ਦਾ ਇਹ ਇੱਕ ਸਾਰਾ ਇੱਜੜ ਮਿਲ ਕੇ, ਇੱਜੜ ਚੌਣਾ ਜਿਹੜਾ ਉੱਥੇ ਇਕੱਠਾ ਆ, ਇੰਨਾ ਕਿ ਖੂਨ ਪੀਂਦੇ ਨੇ, ਇੰਨਾ ਕਿ ਜੀਣਾ ਹਰਾਮ ਕਰਦੇ ਨੇ ਵੀ ਉਸ ਬੰਦੇ ਦਾ ਮਰਨ ਕਰ ਦਿੰਦੇ ਨੇ। ਅੰਤਤಃ ਅਜਿਹੇ ਬੰਦੇ ਆਪ ਹੀ ਰਿਜ਼ਾਈਨ ਦੇ ਕੇ ਫਿਰ ਲਾਂਭੇ ਹੋ ਜਾਂਦੇ ਕਿ ਗੰਦ 'ਚੋਂ ਮੈਂ ਹੀ ਬਾਹਰ ਨਿਕਲਾਂ। ਉਹ ਵੀ ਸ਼ਖਸੀਅਤ ਤੁਹਾਡੇ ਸਾਹਮਣੇ ਲੈ ਕੇ ਆਊਂਗਾ ਵੀ ਇਹ ਗੰਦ ਤੋਂ ਜਿਹੜੀ ਸ਼ਖਸੀਅਤ ਤੰਗ ਹੋ ਕੇ ਬਾਹਰ ਨਿਕਲੀ ਹੈ ਨਾ, ਵੀ ਕਿਹਨੇ ਕੀ ਕੀਤਾ ਕੀ ਨਹੀਂ ਕੀਤਾ, ਅਜਿਹੀ ਵੀ ਸ਼ਖਸੀਅਤ ਤੁਹਾਡੇ ਸਾਹਮਣੇ ਲੈ ਕੇ ਆਊਂਗਾ। ਖੈਰ, ਜਾਂਦੇ ਜਾਂਦੇ ਧਾਮੀ ਸਾਹਿਬ ਇੱਕ ਹੋਰ ਵੱਡਾ ਕਾਂਡ ਦੱਸਦਾ ਅਖੀਰ 'ਚ। ਠੀਕ ਹੈ, ਬਹੁਤ ਵੱਡਾ। ਅਕਤੂਬਰ 2008 ਵਿੱਚ ਸੁਲਤਾਨਪੁਰ ਲੋਧੀ ਵਿੱਚ ਕੱਚੀਆਂ ਇੱਟਾਂ ਲੱਗੀਆਂ ਸੀ। ਠੀਕ ਹੈ ਨਾ, ਮੈਂ ਤੈਨੂੰ ਇਨਕੁਆਇਰੀ ਆਈ ਹੋਈ ਸੀ। ਠੀਕ ਹੈ ਨਾ, ਉਹਦੇ ਵਿੱਚ ਵੱਡਾ ਘਪਲਾ ਆਇਆ ਸੀ। ਕੀ ਵੱਡਾ ਘਪਲਾ ਸੀ ਉਹ ਦੇਖ ਲਿਓ ਹੁਣ, ਬਹੁਤ ਵੱਡਾ ਘਪਲਾ ਸੀਗਾ। ਠੀਕ ਹੈ, ਟਾਈਮ ਜ਼ਿਆਦਾ ਨਹੀਂ ਹੈਗਾ, ਇਸ ਕਰਕੇ ਸ਼ਾਰਟ 'ਚ ਕੰਪਲੀਟ ਕਰ ਰਿਹਾ। ਉਸ ਤੋਂ ਬਾਅਦ ਅੱਗੇ, ਠੀਕ ਹੈ ਜੀ, ਫਿਰ ਇੱਕ ਸੀਮੈਂਟ ਦਾ ਬਹੁਤ ਵੱਡਾ ਸਕੈਂਡਲ ਸਾਹਮਣੇ ਆਇਆ। ਇਹ ਅੰਮ੍ਰਿਤਸਰ ਸ਼੍ਰੀ ਦਰਬਾਰ ਸਾਹਿਬ ਦਾ ਸਕੈਂਡਲ ਹੈ ਸੰਗਤ, ਜਿਹੜਾ ਮੈਂ ਹੁਣ ਦੱਸ ਰਿਹਾ ਹਾਂ। ਠੀਕ ਹੈ ਜੀ, 150 ਬੋਰੀਆਂ ਸੀਮੈਂਟ ਦੀਆਂ ਆਈਆਂ ਤੇ 1500 ਬੋਰੀ ਦਾ ਬਿੱਲ ਪਾਇਆ ਗਿਆ। ਉਸ ਤੋਂ ਬਾਅਦ ਦੂਜੀ ਵਾਰ 250 ਬੋਰੀਆਂ ਸੀਮੈਂਟ ਦੀਆਂ ਆਈਆਂ ਤੇ 2500 ਬੋਰੀ ਸੀਮੈਂਟ ਦੀ ਬਿੱਲ ਦੇ ਵਿੱਚ ਪਾਈ ਗਈ। ਮੱਕੜ ਵੇਲੇ ਦੀ ਗੱਲ ਹੈ ਜੀ ਇਹ। ਮੱਕੜ ਸਾਹਿਬ ਨੂੰ ਇਸ ਚੀਜ਼ ਬਾਰੇ ਪਤਾ ਲੱਗਾ ਕਿ ਇੰਨਾ ਵੱਡਾ ਚੂਨਾ ਲੱਗ ਰਿਹਾ ਹੈ। ਮੱਕੜ ਸਾਹਿਬ ਨੇ ਚੱਕ ਕੇ ਕਰਵਾਤੀ FIR ਵੀ ਇਹਦੀ ਜੜ ਤੱਕ ਜਾਓ, ਕਿਹੜੇ ਬੰਦੇ ਨੇ ਘਪਲਾ ਕੀਤਾ, ਕੌਣ ਕਲਪਰੇਟ ਹੈਗਾ, ਪਤਾ ਕਰੋ। SSP ਨੂੰ ਫੋਨ ਕਰਕੇ ਮੱਕੜ ਨੇ ਸਿੱਧਾ ਤਾਕੀਦ ਕੀਤਾ ਸੀ ਵੀ ਕੋਈ ਬਖਸ਼ਿਆ ਨਹੀਂ ਜਾਣਾ ਚਾਹੀਦਾ। ਉਸ ਤੋਂ ਬਾਅਦ ਕੀ ਹੋਇਆ ਜੀ, ਜਦੋਂ ਇਨਕੁਆਇਰੀ ਹੋਣੀ ਸ਼ੁਰੂ ਹੋਈ ਤਾਂ ਉਸ ਤੋਂ ਬਾਅਦ ਅਕਾਲੀ ਦਲ ਦੇ ਜਿਹੜੇ MLA ਦੀ ਉੱਥੇ ਕੋਠੀ ਬਣਦੀ ਪਈ ਸੀ ਨਾ ਜੀ, ਉਹਦਾ ਹੀ ਫੋਨ ਆ ਗਿਆ, ਇਹ ਮਾਲ ਮੇਰੇ ਕੋ ਆਂਦਾ ਪਿਆ ਆ, ਕਾਹਨੂੰ ਮੱਕੜ ਸਾਹਿਬ ਮੂੰਹ ਖੋਲਦੇ ਪਏ ਹੋ, ਬੰਦ ਕਰ ਲਓ, ਆਪਣਾ ਹੀ ਕੰਮ ਹੈ, ਘਰ ਦਾ ਹੀ ਕੰਮ ਹੈ। ਧਾਮੀ ਸਾਹਿਬ, ਅਸੀਂ ਗੁਰੂ ਘਰ ਦੀ ਗੋਲਕ 'ਚੋਂ ਕੋਈ ਪੈਸਾ ਨਹੀਂ ਵਰਤਦੇ। ਗੁਰੂ ਘਰ ਦੀ ਗੋਲਕ ਦੇ ਵਿੱਚੋਂ ਕਦੇ ਕੋਈ ਘਪਲਾ ਨਹੀਂ ਹੋ ਸਕਦਾ। ਰਘਵੀਰ ਸਿੰਘ ਕਹਿੰਦੇ ਨੇ ਵੀ ਸੰਗਤ ਦਾ ਭਰੋਸਾ ਬਣਾ ਕੇ ਰੱਖਣਾ ਸਾਡੀ ਜ਼ਿੰਮੇਵਾਰੀ ਆ, ਸਾਨੂੰ ਬਿਲਕੁਲ ਟਰਾਂਸਪੇਰੈਂਟ ਹੋਣਾ ਚਾਹੀਦਾ ਹੈ ਸੰਗਤ ਦੇ ਸਾਹਮਣੇ ਦਾ। ਹੁਣ ਫਿਰ
ਦੱਸਣ ਦੇ ਐਮਐਲਏ ਦਾ ਨਾਮ ਤਾਂ ਮੈਂ ਵੀ ਦੱਸਦਾ, ਆਪ ਦੱਸ ਦਿਓ। ਟਰਾਂਸਪੇਰੈਂਸੀ ਬਹੁਤ ਆ ਨਾ ਤੁਹਾਡੇ 'ਚ। ਅਕਾਲੀ ਲੀਡਰ ਆ, ਲਿੰਕ ਉੱਚ ਐਮਐਲਏ ਉਹ ਵੀ। ਪ੍ਰਧਾਨਗੀ ਵੈਸੇ 2 ਮਹੀਨੇ ਦੀ ਰਹਿ ਗਈ ਆ, ਚੁੱਪ ਚਪੀਤੇ ਕੱਢ ਲਓਗੇ ਤਾਂ ਚੰਗੀ ਆ। ਨਹੀਂ, ਦੁੱਧ 'ਚੋਂ ਮੱਖੀ ਵਾਂਗ ਕੱਢ ਕੇ ਇਹਨਾਂ ਨੇ ਬਾਹਰ ਮਾਰਨਾ ਹੈ। ਤੇ ਫਿਰ ਜਥੇਦਾਰ ਸਾਹਿਬ ਵੀ ਬੋਲਣ ਜੋਗੇ ਨਹੀਂ ਹੋਣੇ। ਹੁਣ ਤਾਂ ਮੈਂ ਦੱਸਤਾ, FIR ਹੋਈ ਪਈ ਹੈ ਇਹਦੀ, ਪਤਾ ਕਰ ਲਿਓ। ਜੇ ਗਲਤ ਹੋਵਾਂ ਤਾਂ ਦੱਸ ਦਿਓ। ਗੱਲਾਂ ਕਰਦੇ ਹੋ ਤੁਸੀਂ, ਅਸੀਂ ਆਹ ਕਰ ਦਾਂਗੇ, ਅਸੀਂ ਉਹ ਕਰ ਦਾਂਗੇ, ਸਾਡੀ ਸ਼੍ਰੋਮਣੀ ਕਮੇਟੀ, ਸਾਡੀ ਪੰਥਕ ਕਮੇਟੀ। ਜੇ ਆਈਡੀ ਹੀ ਤੁਹਾਡੀ ਪੰਥਕ ਕਮੇਟੀ ਹੈਗੀ ਹੈ ਇਹ, ਜੇ ਐਡੇ ਹੀ ਤਕੜੇ ਤੁਸੀਂ ਪ੍ਰਧਾਨ ਹੋ, ਜਥੇਦਾਰ ਹੋ, ਜੇ ਐਡੇ ਜ਼ਮੀਰ ਤੁਹਾਡੇ ਜਾਗਦੇ ਨੇ, ਤਾਂ ਮੈਂ ਸਿੰਪਲ ਕਿੰਨੀ ਵਾਰ ਰਿਕੁਐਸਟ ਕੀਤੀ ਹੈ ਤੁਹਾਨੂੰ। ਆ ਜਿਹੜਾ ਤੁਹਾਡਾ ਰਣਜੀਤ ਹੈਗਾ ਆ, ਉਹ ਦਮਦਮਾ ਸਾਹਿਬ ਵਾਲਾ ਬਲਾਤਕਾਰੀ, ਕਰੈਕਟਰਲੈਸ ਬੰਦਾ, ਠੀਕ ਹੈ, ਲੁਟੇਰਾ, ਉਹਨੂੰ ਕਿਉਂ ਨਹੀਂ ਬਾਹਰ ਕੱਢਦੇ? ਹਰਜੀਤ ਕੌਰ ਉਹ ਜਿਹੜੀ ਹੈਗੀ 1 ਕਿਲੋ ਅਫੀਮ ਵਾਲੀ, ਅੱਜ ਵੀ ਤੁਸੀਂ ਉਹਨੂੰ ਮਤਲਬ ਸਕੂਲ ਦੇ ਵਿੱਚ ਰੱਖਿਆ ਹੋਇਆ ਆ, ਮੰਜੀ ਸਾਹਿਬ ਲੁਧਿਆਣਾ, ਠੀਕ ਹੈ। ਲੋਕਾਂ ਨੂੰ ਫਾਹੇ ਟੰਗ ਕੇ ਰੱਖੋ। ਸਕੂਲ ਦੇ ਵਿੱਚੋਂ ਸਟੂਡੈਂਟ ਵੀ ਘਟੀ ਜਾ ਰਹੇ ਨੇ, ਸਾਰਾ ਸਟਾਫ ਉਹਨੇ ਮਰਨ ਕਿਨਾਰੇ ਲਿਆ ਕੇ ਰੱਖਿਆ ਹੋਇਆ, ਤਨਖਾਹਾਂ ਲੋਕਾਂ ਦੀਆਂ ਦੇ ਨਹੀਂ ਰਹੀ, ਆਪ ਰਿਸ਼ਵਤਾਂ ਉੱਥੇ ਵੀ ਬੈਠ ਕੇ ਖਾਈ ਜਾ ਰਹੀ ਹੈ, ਠੀਕ ਹੈ। ਫਿਰ ਲਿੰਕ ਤਾਂ ਉੱਚੇ ਹੈ ਹੀ, ਲੰਘਦਾ ਵੜਦਾ ਕੋਈ ਨਾ ਕੋਈ ਮੋਟੀ ਅਸਾਮੀ ਜੇਬ ਗਰਮ ਕਰੀ ਜਾਂਦੀ ਹੈ, ਉਹਦਾ ਆਪਣਾ ਉੱਲੂ ਸਿੱਧਾ ਹੋਈ ਜਾਂਦਾ। ਕਾਮਿਆਂ ਦਾ ਜੀਣਾ ਹਰਾਮ ਆ ਉੱਥੇ, ਪਰ ਨਹੀਂ, ਅਸੀਂ ਉੱਤੇ ਕਾਰਵਾਈ ਨਹੀਂ ਕਰਨੀ। ਗੁਰਾਂ ਵਰਗਾ ਗੰਦ ਤੁਸੀਂ ਉੱਥੇ ਰੱਖਿਆ ਆ, ਨੱਥਾ ਸਿੰਘ ਵਰਗਾ ਗੰਦ ਉੱਥੇ ਰੱਖਿਆ ਆ, ਜੋਗਾ ਸਿੰਘ ਕਟਾਣਾ ਵਰਗਾ ਗੰਦ ਤੁਸੀਂ ਉੱਥੇ ਰੱਖਿਆ ਆ, ਠੀਕ ਹੈ। ਗੁਰਨੈਬ ਸਿੰਘ ਵਰਗੇ ਤੁਸੀਂ ਕਾਤਲ ਉੱਥੇ ਰੱਖੇ ਹੋਏ ਨੇ, ਠੀਕ ਹੈ ਨਾ। ਤੇ ਉਸ ਤੋਂ ਇਲਾਵਾ ਤੁਹਾਨੂੰ ਹੋਰ ਕੁਝ ਸੋਚਦਾ ਨਹੀਂ, ਮਤਲਬ ਤੁਸੀਂ ਕੁਝ ਕਰ ਨਹੀਂ ਸਕਦੇ। ਤੁਹਾਨੂੰ ਨਾਮ ਬਾਏ ਨੇਮ ਦੱਸਦਾ ਕਿਹੜੇ ਬੰਦੇ ਦੇ ਕਿਹੜੀ ਕੇਸਾਂ ਦੀਆਂ ਫਾਈਲਾਂ ਤੱਕ ਦੱਸਦੀਆਂ ਕਿ ਆਹ ਥਾਣੇ ਤੋਂ ਤੁਸੀਂ ਕਢਵਾ ਸਕਦੇ ਹੋ ਕੇਸ ਜਿਹਨਾਂ ਤੇ ਹੋਏ ਆ। ਪਰ ਨਾ ਜੀ, ਵੀ ਆਰ ਦਾ ਸਪੈਸ਼ਲ ਗਰੁੱਪ ਆਫ ਪ੍ਰੋਫੈਸ਼ਨਲ ਕ੍ਰਿਮੀਨਲਸ, ਹਾਊ ਵੀ ਕੈਨ ਬਲੇਮ ਅ ਬ੍ਰਦਰਸ। ਨਹੀਂ ਬਲੇਮ ਕਰ ਸਕਦੇ ਅਸੀਂ ਆਪਣੇ ਭਰਾਵਾਂ ਨੂੰ, ਨਹੀਂ ਕਰ ਸਕਦੇ। ਟੱਠੇ ਖੂਹ 'ਚ ਜਾਣ ਫਿਰ ਦੁਨੀਆ ਸਾਰੀ, ਹੈ ਨਾ। ਪਰ ਮੈਂ ਨਹੀਂ ਛੱਡਦਾ, ਮੈਂ ਬਾਲ ਦੀ ਖੱਲ ਲਾ ਕੇ ਰਹੂੰਗਾ। ਵੈਸੇ ਤਾਮੀ ਜੀ ਰਿਮਾਈਂਡਰ ਦੇ ਦਾ ਪੌਂਟਾ ਸਾਹਿਬ 1964 2022 ਹਿਸਾਬ ਕਿਤਾਬ, ਠੀਕ ਹੈ ਜੀ। ਇਹਨਾਂ ਦੇ ਕਰਤੂਤਾਂ ਜੋ ਹੈਗੀਆਂ ਤੁਸੀਂ ਉੱਥੇ ਦੇ ਵੀ ਪ੍ਰਧਾਨ ਹੋ। ਟਰਾਂਸਪੇਰੈਂਸੀ ਰੱਖਿਆ ਕਰੋ, ਖਰਚੇ ਕੱਢ ਕੇ ਲੈ ਕੇ ਆਓ, ਕੀ ਹੈ ਕੀ ਨਹੀਂ ਹੈ, ਸਾਰਾ ਕੁਝ ਚਾਹੀਦਾ। ਓਕੇ, ਸੋਨੇ ਦੇ ਲੈਂਪ ਕੱਢ ਕੇ ਬਾਹਰ ਰੱਖੋ। ਉਸ ਤੋਂ ਬਾਅਦ ਦਰਸ਼ਨੀ ਡਿਊਟੀ ਦੇ ਦਰਵਾਜ਼ੇ ਉਹ ਕਿੱਥੇ ਨੇ, ਉਹ ਕਢਵਾਓ ਜਿੱਥੇ ਵੀ ਨੇ। ਬਹਾਨੇ ਮੈਨੂੰ ਇਹ ਪਤਾ ਲੱਗੇ ਸੀ ਕਿ ਹਾਥੀ ਦੰਦ ਨਹੀਂ ਮਿਲ ਰਹੇ, ਹਾਥੀ ਦੰਦ ਤਾਂ ਲਾ ਕੇ ਦਿੱਤੇ ਸੀਗੇ ਨਾ ਪੂਰੀ ਵਾਲਿਆਂ ਨੇ, ਫਿਰ ਉਹ ਕਿਹਨੇ ਕੱਢੇ? ਹੁਣ ਇਹ ਨਾ ਕਿ ਟੁੱਟ ਗਏ ਸੀ, ਟੁੱਟੇ ਵੀ ਹੋਣਗੇ, ਉਹ ਵੀ ਸਾਨੂੰ ਚਾਹੀਦੇ ਨੇ ਕੰਮ, ਹਰ ਚੀਜ਼। ਤੇ ਸੋਮਨਾਥ ਮੰਦਿਰ ਵਾਲੇ ਇੱਥੇ ਹੀ ਨੇ, ਭੇਜ ਤੇ ਵਾਪਸ। ਪਤਾ ਜ਼ਰੂਰ ਕਰਿਓ, ਦੱਸਿਓ ਜ਼ਰੂਰ, ਸਵਾਲਾਂ ਦੇ ਜਵਾਬ ਜ਼ਰੂਰ ਦਿਓ। ਤੇ ਇਹ ਵੀ ਹੁਣ ਲਾਜ਼ਮੀ ਦੱਸਣਾ ਪੈਣਾ ਤੁਹਾਨੂੰ ਵੀ ਤੁਸੀਂ ਉੱਥੇ ਜਿਹੜੇ EMPLOYE ਪੱਕੇ ਕਰਦੇ ਹੋ ਉਹਦਾ ਕ੍ਰਾਈਟੀਰੀਆ ਕੀ ਹੈ, ਕਿੰਨੇ ਸਾਲ ਬਾਅਦ ਕਿੱਦਾਂ EMPLOYE ਤੁਸੀਂ ਪੱਕਾ ਕਰਦੇ ਹੋ। ਜਨਤਕ ਤੌਰ ਦੇ ਉੱਤੇ ਨੋਟੀਫਿਕੇਸ਼ਨ ਜਾਰੀ ਕਰਕੇ ਦੱਸੀ ਜਾਵੇ, ਬੇਨਤੀ ਕਰਦੇ ਹਾਂ, ਠੀਕ ਹੈ। ਕਿੰਨੇ ਕਾਮੇ ਜਿਹੜੇ ਹੈਗੇ ਨੇ 10 ਸਾਲ ਤੋਂ ਉੱਤੇ ਉਹਨਾਂ ਨੂੰ ਕੰਮ ਕਰਦੇ ਹੋਏ ਤੁਸੀਂ ਪੱਕੇ ਨਹੀਂ ਕੀਤੇ। ਗੁੰਡੇ ਜਿਹੜੇ ਜਿੱਦਾਂ ਫਤਿਹਗੜ੍ਹ ਸਾਹਿਬ ਬਿਠਾਏ ਹੋਏ ਨੇ, ਜਿੱਦਾਂ ਉਹਨਾਂ ਨੇ ਪਤਾ 15 20 ਸਾਲ 30 ਸਾਲ ਕੰਮ ਕਰਕੇ ਬਿਨਾਂ ਮਤਲਬ ਉਹਨਾਂ ਨੂੰ ਪੱਕਿਆਂ ਕੀਤਿਆਂ ਹੀ ਮਤਲਬ ਆਰਜੀ ਤੌਰ ਤੇ ਰਿਟਾਇਰ ਕਰਤੇ ਵੀ ਉਹਨਾਂ ਨੂੰ ਰਿਟਾਇਰਮੈਂਟ ਨਾ ਦੇਣੀ ਪਵੇ। ਕਿੰਨੇ ਲੋਕਾਂ ਦੇ ਤੁਸੀਂ ਘਰ ਬਰਬਾਦ ਕੀਤੇ। ਮੈਂ ਇੱਦਾਂ ਹੀ ਸੰਗਤ ਨੂੰ ਪਹਿਲਾਂ ਹੀ ਬੇਨਤੀ ਕੀਤੀ ਸੀ, ਜਿਹਨਾਂ ਲੋਕਾਂ ਨੇ ਇੱਦਾਂ ਰਿਟਾਇਰਮੈਂਟ ਜਿਹਨਾਂ ਦੀ ਇਹਨਾਂ ਨੇ ਕਰਵਾਈ ਹੈ, ਜਿਹਨਾਂ ਨੇ 10-15 ਸਾਲ ਤੋਂ ਵੱਧ SGPC 'ਚ ਕੰਮ ਕੀਤਾ ਆ, ਉਹ ਆਪਣੀ ਇੱਕ ਅਲੱਗ ਮਤਲਬ ਵੈਸੇ ਐਕਸ EMPLOYEES ਦੀ ਯੂਨੀਅਨ ਹੈਗੀ, ਉਹਨਾਂ ਦੇ ਨਾਲ ਸੰਪਰਕ ਕਰੋ, ਆਪਣਾ ਇੱਕ ਪੂਰਾ ਖਰੜਾ ਤਿਆਰ ਕਰੋ, ਸਾਰਿਆਂ ਦੇ ਨਾਮ ਲਿਖੋ, ਲਿਸਟ ਬਣਾਓ ਜਿਹਨਾਂ ਨੇ 10-15 ਸਾਲ ਤੋਂ ਵੱਧ ਕੰਮ ਕੀਤਾ ਤੇ ਇਹਨਾਂ ਨੇ ਆਰਜੀ ਤੌਰ ਤੇ ਤੁਹਾਨੂੰ ਰਿਟਾਇਰ ਕਰਕੇ ਖਾਨਾ ਪੂਰਤੀ ਕਰਤੀ ਹੈ। ਥੱਲੇ ਸਾਈਨ ਕਰੋ, ਸਾਈਨ ਕਰਕੇ DGP ਪੰਜਾਬ ਨੂੰ ਮਾਰਕ ਕਰੋ, ਭਗਵੰਤ ਮਾਨ ਸਰਕਾਰ ਨੂੰ ਮਾਰਕ ਕਰੋ, ਇੱਕ ਮੈਨੂੰ ਭੇਜੋ, ਅਸੀਂ ਆਪਣੇ ਆਪ ਦੇਖਦੇ ਹਾਂ ਕੀ ਕਰਨਾ ਉਸ ਤੋਂ ਬਾਅਦ, ਠੀਕ ਹੈ ਜੀ। ਕੇਸ ਲੜਨ ਦਾ ਤੁਹਾਨੂੰ ਕੋਈ ਲੋੜ ਨਹੀਂ ਹੈਗੀ, ਆਪਣੀ ਜੇਬ 'ਚੋਂ ਪੈਸਾ ਖਰਚਣ ਦੀ ਅਸੀਂ ਆਪ ਦੇਖਾਂਗੇ ਜੇ ਤੁਹਾਡੇ ਨਾਲ ਇਨਸਾਫ ਹੋਇਆ ਆ। ਬਾਕੀ ਜਿੰਨੇ ਹੋਰ ਕੰਮ ਉੱਥੇ ਕੰਮ ਕਰਦੇ ਨੇ ਉਹਨਾਂ ਨੂੰ ਮੈਂ ਇਹੀ ਬੇਨਤੀ ਕਰਾਂਗਾ, ਆਪਣੇ ਜ਼ਮੀਰ ਜਾਗਦੇ ਰੱਖਿਓ। ਕਿਤੇ ਇਹਨਾਂ ਨੂੰ ਲਾਲਚੀ ਦੇਖ ਕੇ, ਕਿਤੇ ਇਹਨਾਂ ਨੂੰ ਕੁੱਤੀਆਂ ਕਰਤੂਤਾਂ ਕਰਦਿਆਂ ਹੋਇਆ ਦੇਖ ਕੇ ਤੁਸੀਂ ਆਪਣਾ ਜ਼ਮੀਰ ਨਾ ਗਵਾ ਲਿਓ। ਸਿਆਣੇ ਕਹਿੰਦੇ ਨੇ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਬਦਲਦਾ, ਪਰ ਤੁਸੀਂ ਆਪਣਾ ਰੰਗ ਨਾ ਬਦਲਿਓ। ਰੱਬ ਕਰਕੇ ਉਸ ਅਗਰ ਦਰ ਤੇ ਲੱਗੇ ਹੋ ਉਹਦੀ ਥੋੜੀ ਜਿਹੀ ਇੱਜ਼ਤ ਰੱਖ ਲਿਓ, ਤਾਂ ਕਿ ਉਸ ਵਾਹਿਗੁਰੂ ਨੂੰ ਲੱਗੇ ਕਿ ਹਾਂ ਮੇਰੇ ਕੁਝ ਜਾਗਦੀਆਂ ਜ਼ਮੀਰ ਵਾਲੇ ਪੁੱਤ ਨੇੜੇ ਤੇੜੇ ਹੈਗੇ ਨੇ ਜਿਹੜੇ ਮੈਨੂੰ ਇਹਨਾਂ ਦੇ ਸਾਹਮਣੇ ਬੇਪਤ ਨਹੀਂ ਹੋਣ ਦੇਣੇ, ਕਿਉਂਕਿ ਇਹ ਬੇਅਦਬੀਆਂ ਹੁੰਦੀਆਂ ਦੇਖ ਰਹੇ ਨੇ। ਦਰਬਾਰ ਸਾਹਿਬ ਦੇ ਅੰਦਰ ਤੱਕ ਤੰਬਾਕੂ ਜਾ ਰਿਹਾ ਹੈ, ਸ਼ਰਾਬਾਂ ਜਾ ਰਹੀਆਂ ਨੇ, ਮੀਟ ਮੱਛੀ ਜਾ ਰਿਹਾ ਹੈ, ਸਾਰਿਆਂ ਨੂੰ ਪਤਾ ਆ। ਪਰ ਤੁਸੀਂ ਜਿਹੜੇ ਹੈਗੇ ਹੋ ਡਟੇ ਰਹੋ ਉੱਥੇ। ਹੌਲੀ ਹੌਲੀ ਇਹਨਾਂ ਦਾ ਗੰਦ ਅਸੀਂ ਫਰੋਲਾਂਗੇ ਵੀ ਤੇ ਸਾਫ਼ ਵੀ ਕਰਾਂਗੇ, ਕੱਢਾਂਗੇ ਬਾਹਰ। ਵਾਅਦਾ ਆ ਮੇਰਾ ਤੁਹਾਡੇ ਨਾਲ। ਬਸ ਇੰਨਾ ਵੀ ਮੈਨੂੰ ਤੁਹਾਡਾ ਸਾਥ ਚਾਹੀਦਾ। ਜਿਹਨਾਂ ਕੋਲ ਜੋ ਇਨਫੋਰਮੇਸ਼ਨ ਹੈਗੀ ਹੈ ਮੈਨੂੰ ਦਿੰਦੇ ਰਿਹਾ ਕਰੋ। ਜੋ ਵੀ ਇਹਨਾਂ ਦੀਆਂ ਕੁੱਤੀਆਂ ਕਰਤੂਤਾਂ ਦੇ ਚਿੱਠੇ ਤੁਹਾਡੇ ਕੋਲ ਹੈਗੇ ਨੇ, ਐਵੀਡੈਂਸ ਹੈਗੇ ਨੇ, ਮੈਨੂੰ ਚੁੱਪ ਕਰਕੇ ਸੈਂਡ ਕਰ ਦਿਆ ਕਰੋ। ਆਪਣੇ ਨੰਬਰ ਤੋਂ ਨਹੀਂ ਕਰਨੇ, ਕਿਸੇ ਹੋਰ ਦੇ ਨੰਬਰ ਤੋਂ ਕਰਕੇ ਮੈਨੂੰ ਇਨਫੋਰਮ ਕਰ ਦਿਆ ਕਰੋ ਫੋਨ ਕਰਕੇ।
ਤੇ ਬਾਕੀ ਮੈਂ ਜਾਣਾ, ਮੇਰਾ ਕੰਮ ਜਾਣੇ। ਇੰਨਾ ਕਿ ਤੁਸੀਂ ਸਾਥ ਦਿਓ। ਤੇ ਜਿਹੜੀ ਸੰਗਤ ਘਰਾਂ 'ਚ ਬੈਠੀ ਹੈ ਉਹਨਾਂ ਦਾ ਫਰਜ਼ ਹੈ ਡੀਜੀ ਪੰਜਾਬ ਨੂੰ, ਗਵਰਨਮੈਂਟ ਆਫ ਪੰਜਾਬ ਨੂੰ, ਠੀਕ ਹੈ ਜੀ, ਤੁਸੀਂ ਲੈਟਰ ਲਿਖੋ, ਐਸਜੀਪੀਸੀ ਨੂੰ ਤੁਸੀਂ ਰਿਟਾਂ ਪਾਓ, ਆਰਟੀਆਈਆਂ ਪਾਓ, ਜਿਹੜੇ ਸਵਾਲ ਤੁਹਾਡੇ ਜ਼ਿਹਨ ਦੇ ਵਿੱਚ ਆਉਂਦੇ ਨੇ ਮੇਰੇ ਪ੍ਰੋਗਰਾਮ ਦੇਖ ਕੇ ਉਹਨਾਂ ਦੇ ਉੱਤੇ ਮਤਲਬ ਆਰਟੀਆਈ ਪਾ ਕੇ ਉਹ ਮਤਲਬ ਇਹਨਾਂ ਤੋਂ ਸੱਚ ਕਢਵਾਉਣ ਦੀ ਕੋਸ਼ਿਸ਼ ਕਰੋ ਕਿ ਕੀ ਉਹ ਚੀਜ਼ਾਂ ਕਿੱਥੇ ਨੇ, ਕੀ ਹੈ, ਕਿਹੜੇ ਹਾਲਾਤਾਂ 'ਚ ਨੇ, ਕਿੰਨੀਆਂ ਨੇ, ਠੀਕ ਹੈ। ਗੁਰੂ ਘਰਾਂ ਦਾ ਕੀ ਗੋਲਕ ਆ, ਕਿੰਨਾ ਇੱਕ ਗੋਲਕ ਦੇ ਵਿੱਚੋਂ ਬਣਦਾ, ਸਾਰੇ 200 ਗੁਰੂ ਘਰਾਂ ਦੀ ਗੋਲਕ ਦਾ ਈਅਰਲੀ ਕਿੰਨਾ ਬਣਦਾ ਹੈ, ਇੱਕ ਘਰ ਦੀ ਗੋਲਕ ਦਾ ਕਿੰਨਾ ਮਤਲਬ ਮੰਥਲੀ ਹੈ ਗੋਲਕ ਕਿੰਨੀ ਹੈ। ਇਹ ਜਦੋਂ ਤੱਕ ਤੁਸੀਂ ਰਿਟਾ ਨਹੀਂ ਪਾਓਗੇ, ਆਰਟੀਆਈਜ਼ ਨਹੀਂ ਪਾਓਗੇ, ਚੁੱਪ ਕਰਕੇ ਘਰਾਂ 'ਚ ਬੈਠੇ ਰਹੋਗੇ, ਸਿਰਫ ਇਹ ਦੇਖਦੇ ਰਹੋਗੇ ਵਧੀਆ ਜੀ ਸੈਣੀ ਬੋਲਦਾ, ਕਾਕਾ ਦੱਬੀ ਰੱਖ ਕਿੱਲੀ ਚੜੀ ਜਾ, ਕੋਈ ਗੱਲ ਨਹੀਂ, ਛਿੱਲ ਲਾ ਇਹਨਾਂ ਦੀ, ਬਹੁਤ ਵਧੀਆ, ਬੜਾ ਗੰਦ ਪਾਇਆ ਇਹਨਾਂ ਨੇ। ਮੇਰੇ ਇਕੱਲੇ ਨਾਲ ਕੁਛ ਨਹੀਂ ਹੋਣਾ, ਪੰਜਾਬ ਵਾਲਿਓ ਤੁਹਾਨੂੰ ਜਾਗਣਾ ਪੈਣਾ ਆ, ਠੀਕ ਹੈ। ਕਾਫਲਾ ਬਣਾ ਕੇ ਚੱਲਾਂਗੇ ਜਦੋਂ ਲੋੜ ਆਈ, ਪਰ ਪਹਿਲਾਂ ਤੁਹਾਨੂੰ ਆਹ ਕਰਨਾ ਪੈਣਾ। ਮੇਰੇ ਹੱਕ 'ਚ ਮੇਰੇ ਨਾਲ ਅਗਰ ਖੜਦੇ ਹੋ ਤਾਂ ਰਿਟਾ ਪਾਓ, ਬੇਸ਼ੱਕ ਲਿਖ ਦਿਓ ਆਪਣੀਆਂ ਰਿਟਾਂ ਦੇ ਉੱਤੇ, ਦਰਖਾਸਤਾਂ ਦੇ ਉੱਤੇ ਕਿ ਅਸੀਂ ਪ੍ਰੀਤ ਸਿੰਘ ਸੈਣੀ ਦੇ ਨਾਲ, ਮੈਂ ਜ਼ਿੰਮੇਵਾਰੀ ਲੈਣਾ ਸਾਰੀਆਂ ਰਿਟਾਂ ਦੀ। ਲੜਨਾ ਪਊਗਾ, ਮੈਨੂੰ ਲੜਨਾ ਪਊਗਾ। ਇਹ ਨਾ ਸੋਚਿਓ ਵੀ ਤੁਸੀਂ ਆਨਲਾਈਨ ਪਾਤਾ ਜਾਂ ਨੇੜੇ ਜਾ ਕੇ ਦਰਖਾਸਤ ਦੇ ਆਏ ਤਾਂ ਕੱਲ ਨੂੰ ਤੁਹਾਨੂੰ ਕੋਰਟ ਕਚਹਿਰੀ 'ਚ ਜਾਣਾ ਪਏਗਾ, ਨਹੀਂ ਜਾਣ ਦਿੰਦਾ ਤੁਹਾਨੂੰ। ਲਿਖ ਦਿਓ ਅਸੀਂ ਪ੍ਰੀਤ ਸਿੰਘ ਸੈਣੀ ਦੇ ਨਾਲ, ਬਹੁਤ ਆਉਣਾ ਮੈਨੂੰ, ਪਰ ਆਹ ਕੰਮ ਕਰੋ ਜੇ ਗੰਦ ਸਾਫ਼ ਕਰਨਾ, ਜੇ ਗੁਰੂ ਰਾਮਦਾਸ ਦਾ ਦਰ ਤੁਸੀਂ ਸਾਫ਼ ਕਰਨਾ, ਜੇ ਵਾਕਈ ਮੇਰਾ ਸਾਥ ਦਿੰਦੇ ਹੋ, ਮੈਨੂੰ ਪਿਆਰ ਕਰਦੇ ਹੋ ਤਾਂ ਆਹ ਕੰਮ ਜ਼ਰੂਰ ਕਰੋ। ਨਾਲ ਹੀ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਕਰੋ। ਤੁਹਾਡੀ ਸਬਸਕ੍ਰਿਪਸ਼ਨ ਮੈਨੂੰ ਐਪਰੀਸ਼ੀਏਟ ਕਰਦੀ ਹੈ, ਮੇਰਾ ਹੌਸਲਾ ਵਧਾਉਂਦੀ ਹੈ, ਹੌਸਲਾ ਅਫਜ਼ਾਈ ਕਰਦੀ ਹੈ ਮੇਰੀ। ਇਸ ਕਰਕੇ ਵਾਰ-ਵਾਰ ਕਹਿਣਾ ਉਹਨਾਂ ਸੰਗਤਾਂ ਨੂੰ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਹਰ ਕਿਸੇ ਤੱਕ, ਤਾਂ ਕਿ ਇਹ ਵੀਡੀਓ ਪਹੁੰਚੇ, ਪੁਲਿਸ ਪ੍ਰਸ਼ਾਸਨ ਤੱਕ ਪਹੁੰਚੇ, ਭਗਵੰਤ ਮਾਨ ਸਰਕਾਰ ਤੱਕ ਪਹੁੰਚੇ, ਕਿਉਂਕਿ ਉਹਨਾਂ ਨੂੰ ਵੀ ਅਸੀਂ ਇਹ ਗੱਲ ਕਹੀ ਹੋਈ ਹੈ ਵੀ ਤੁਸੀਂ ਆਡਿਟ ਕਰਵਾਓ, ਸੀਬੀਆਈ ਜਾਂਚ ਇਹਨਾਂ ਦੇ ਉੱਤੇ ਬਿਠਾਓ, ਜਿੰਨੇ ਇਹਨਾਂ ਦੇ ਮੈਂਬਰ ਹੈਗੇ ਨੇ ਉਹਨਾਂ ਦੀ ਜਾਂਚ ਕਰਾਓ ਕਿ ਮੈਂਬਰ ਬਣਨ ਤੋਂ ਪਹਿਲਾਂ ਉਹਨਾਂ ਕੋਲ ਕਿੰਨੀ ਪ੍ਰਾਪਰਟੀ ਸੀ, ਮੈਂਬਰ ਬਣਨ ਤੋਂ ਬਾਅਦ ਉਹਨਾਂ ਕੋਲ ਕੀ ਪ੍ਰਾਪਰਟੀ ਆਈ। ਗੁਰੂ ਘਰ ਦਾ ਆਡਿਟ ਕਰਦੇ ਹੋਏ ਸਾਰੀਆਂ ਜ਼ਮੀਨਾਂ ਦਾ ਆਡਿਟ ਵੀ ਕਰਵਾਓ ਕਿ ਗੁਰੂ ਘਰ ਕੋਲ ਕਿੰਨੀਆਂ ਜ਼ਮੀਨਾਂ ਸੀਗੀਆਂ ਤੇ ਇਹਨਾਂ ਨੇ ਪਿਛਲੇ 30 ਸਾਲਾਂ ਦੇ ਵਿੱਚ ਗੁਰੂ ਘਰ ਦੀਆਂ ਕਿਹੜੇ ਗੁਰੂ ਘਰ ਦੀਆਂ ਕਿੰਨੀਆਂ ਜ਼ਮੀਨਾਂ ਵੇਚੀਆਂ ਤੇ ਕਿਹੜੇ ਪ੍ਰਾਈਵੇਟ ਗੁਰੂ ਘਰ, ਚਾਹੇ ਉਹ ਪਿੰਡਾਂ ਦੇ ਸੀਗੇ ਜਾਂ ਕਲੋਨੀਆਂ ਦੇ ਸੀਗੇ, ਤੇ ਕਿਹੜੇ ਇਹਨਾਂ ਦੇ ਹਥਿਆਏ। ਸਾਰਾ ਇਹਨਾਂ ਦਾ ਗੁੰਡਾਗਰਦੀ ਤੇ ਇਹਨਾਂ ਦਾ ਜਿਹੜਾ ਲੈਂਡ ਮਾਫੀਆ ਆ ਨੰਗਾ ਹੋ ਜਾਏਗਾ। ਬਸ ਜਿਹੜੀਆਂ ਗੱਲਾਂ ਮੈਂ ਕਹੀਆਂ ਨੇ ਸੰਗਤ ਜੀ, ਉਹਦੇ ਵਿੱਚ ਮੇਰਾ ਸਾਥ ਦੇ ਦਿਓ। ਮੈਂ ਤਾਂ ਸੀਰੀਅਸਲੀ ਕਹਿ ਰਿਹਾ, ਮੇਰੇ ਕੋਲ ਤਾਂ ਜਿੰਨੀਆਂ ਫਾਈਲਾਂ ਆ ਰਹੀਆਂ ਨੇ ਨਾ, ਮੈਂ ਤਾਂ ਕੱਢ ਕੇ ਪ੍ਰਿੰਟ ਤਾਂ ਮੈਂ ਤਾਂ ਥੱਬੀਆਂ ਲਾ ਕੇ ਇਹਨਾਂ ਦੀਆਂ ਫਾਈਲਾਂ ਬਣਾ ਲਾਂ। ਬਸ ਹੁਣ ਮੈਂ ਦੇਖਣਾ ਆ ਵੀ ਥੋੜਾ ਜਿਹਾ ਸਮਾਂ ਉਦਾਂ ਦਾ ਚੱਲ ਰਿਹਾ ਆ ਕਿ ਮੈਂ ਹੁਣ ਪ੍ਰਿੰਟਰ ਵਗੈਰਾ ਆਰਡਰ ਕਰਕੇ ਤਾਂ ਸਾਰਾ ਕੁਝ ਘਰੇ ਹੀ ਰੱਖੂੰਗਾ, ਠੀਕ ਹੈ। ਆਫਿਸ ਵਗੈਰਾ ਤਾਂ ਬਾਹਰੋਂ ਛੱਡ ਦਿੱਤਾ ਆ। ਹੁਣ ਮੈਂ ਦੇਖਣਾ ਹੈ ਵੀ ਕਿੱਦਾਂ ਸੈਟਅਪ ਸਾਰਾ ਕਰਾਂ, ਫਾਈਲਾਂ ਸਾਰੀਆਂ ਇਹਨਾਂ ਤਿਆਰ ਕਰਾਉਂਗਾ। ਜੋ ਇਕਵਿਪਮੈਂਟ ਹੁਣ ਚਾਹੀਦਾ ਹੌਲੀ ਕਰਕੇ ਮੈਂ ਉਹ ਪਰਚੇਜ਼ ਕਰ ਰਿਹਾ ਹਾਂ, ਕਰਕੇ ਜਿੰਨੀ ਛੇਤੀ ਹੋ ਸਕਦਾ, ਰੱਬ ਦੇ ਸੁੱਖ ਰੱਖਿਆ ਤਾਂ ਬਹੁਤ ਛੇਤੀ ਉਹ ਸਾਰਾ ਕੁਝ ਕਰਕੇ ਤਾਂ ਸਾਰੀਆਂ ਚੀਜ਼ਾਂ ਮੈਂ ਆਪ ਹੀ ਸ਼ਾਇਦ 1 ਬਾਏ 1 ਆਨਲਾਈਨ ਹੀ ਪਾਦਾ, ਕਿਤੇ ਸੇਫ ਕਰਾਂ, ਠੀਕ ਹੈ। ਇਹਨਾਂ ਲੁਟੇਰਿਆਂ ਦਾ ਕੁਝ ਨਹੀਂ ਪਤਾ ਕਦੋਂ ਕਿਹੜੀਆਂ ਚੀਜ਼ਾਂ ਲਿਆ ਕੇ ਲੁੱਟ ਕੇ ਮਲੀਆਂ ਮਿੱਟੀ ਕਰਕੇ ਨਿਕਲ ਜਾਣ। ਇਸ ਕਰਕੇ ਤੁਸੀਂ ਮੇਰਾ ਸਾਥ ਦਿਓ ਜੇ ਤੁਸੀਂ ਪੰਥ ਬਚਾਉਣਾ ਹੈ, ਜੇ ਤੁਸੀਂ ਪੰਜਾਬ ਬਚਾਉਣਾ, ਜੇ ਤੁਸੀਂ ਕੌਮ ਬਚਾਉਣੀ, ਜੇ ਤੁਸੀਂ ਇਨਸਾਨੀਅਤ ਬਚਾਉਣੀ ਹੈ, ਜੇ ਤੁਸੀਂ ਮਨੁੱਖਤਾ ਦਾ ਘਾਣ ਹੋਣ ਤੋਂ ਰੋਕਣਾ ਆ। ਇੰਨੀਆਂ ਕੀ ਬੇਨਤੀਆਂ ਪ੍ਰਵਾਨ ਕਰਨਾ। ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।